अंधकार सुख कब ना सोई है। राजा रंग दो मिल रोई है। जो पै रसना राम नाम है दो। उपजत बिनसत रोगत रह दो। रहाओ जस देखिया तरबर की छाया। प्राण गए कहो काकी माया। जस जंती में जियो समाना। मुए मर्म को पाकर जाना। हंसा सरवर काल शरीर। राम रसायन पियो रे कबीर। हंसा सरवर काल शरीर। राम रसायन पियो रे कबीर। वाहिगुरू जी का खालसा वाहिगुरू जी की फतेह। परम सम्मानयोग जुगो जुग अकाल चबर शतर ਅਤੇ ਦੁਖਤ ਦੇ ਮਾਲਕ ਬਾਣੀ ਕੇ ਗੋਹੇ ਸਰਬ ਸਾਖੀ ਵਾਸਤਾ ਦੇ ਪ੍ਰਤੀਕ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਮਹਾਨ ਪਵਿੱਤਰ ਇਤਿਹਾਸਕ ਸਥਾਨ पातशाही पहली ਅਤੇ पातशाही छेवीं गुरुद्वारा श्री दमदमा साहिब की पवित्र धरती ते विराजमान बहुत ही सम्मानयोग गुरु साध संगत जी वडभागे हाँ जिन्होंने गुरु गोद विच विराजमान हो के गुरबाणी पाठ उपरंत आशा की बात है शब्द कीर्तन सरवण करने का सौभाग अवसर प्राप्त होया है। सतगुरु आप सारिया संगतां दीयां तन मन तन करके कीतियां सेवावां निभाए पाउण ऐसी रहमत वरताउण भी आउण वाले समय विच ये गुरु घर नाल साडी प्यार दी गंढ होर पीढ़ी होवे ताकि असीं गुरु चरनां नाल जुड़ के गुरु की बख्शिश के पात्र बन सकिए अपना जीवन सफल कर सकिए। साध संगत जी जिस प्रकार आप सारिया संगतां नूं पता है भी इस स्थान की मर्यादा अनुसार ये समा गुरमत विचारां ने निश्चित किया गया है। तो श्री गुरु ग्रंथ साहिब महाराज जी के पवित्र बचनां की लड़ीवार कथा विचार के अधीन आप जी ने हुणे हुणे दास पासों शब्द श्रवण कीते हैं। ये पवित्र बचन गौड़ी रात अंदर भगत कबीर साहब महाराज जी ने उच्चार किए हुए श्री गुरु ग्रंथ साहिब महाराज जी के पावन अंग 325 के निरूपण हैं। सो आओ
ਵਕਤ ਜ਼ਾਇਆ ਨਾ ਕਰਦੇ ਹੋਏ ਇਸ ਸ਼ਬਦ ਨੂੰ ਸਮਝਣ ਸਮਝਾਉਣ ਦਾ ਯਤਨ ਕਰੀਏ, ਕਿਉਂਕਿ ਮੈਂ ਇਹ ਮਹਿਸੂਸ ਕਰਨਾ ਵੀ ਕਥਾ ਦਾ ਪ੍ਰਯੋਜਨ ਜਿਹੜਾ ਹੈ ਗੁਰਮਤਿ ਨੂੰ ਪ੍ਰਚੰਡ ਕਰਨ ਦਾ, ਔਰ ਜਿਸ ਸ਼ਬਦ ਦੀ ਟਰਮ ਹੈ, ਇਸ ਸ਼ਬਦ ਦੀ ਵਿਚਾਰ ਦੀ ਵਾਰੀ ਹੈ, ਜਾਂ ਕਹੀਏ ਵੀ ਵਿਚਾਰਹੀਨ ਸ਼ਬਦ ਹੈ, ਉਸ ਸ਼ਬਦ ਨੂੰ ਸਮਝਣ ਸਮਝਾਉਣ ਦਾ ਇਹ ਪ੍ਰਯੋਜਨ ਹੁੰਦਾ ਹੈ। ਕਿਉਂਕਿ ਜਦੋਂ ਤੱਕ ਕੋਈ ਗੱਲ ਸਮਝ ਵਿੱਚ ਨਾ ਆਵੇ ਉਹਦਾ ਲਾਭ ਨਹੀਂ ਪ੍ਰਾਪਤ। ਹੁਣ ਇਹ ਬਚਨ ਤੇ ਠੀਕ ਹੈ, ਪਰ ਇਸ ਬਚਨ ਦੇ ਵਿੱਚ ਮਹਾਰਾਜ ਦਾ ਸਾਨੂੰ ਮੈਸੇਜ ਕੀ ਹੈ? ਆਓ ਆਪਾਂ ਸਾਰੇ ਇਕੱਠੇ ਹੋ ਕੇ ਕੋਸ਼ਿਸ਼ ਕਰੀਏ ਇਕਾਗਰਤਾ ਨਾਲ ਇਹਨਾਂ ਪਾਵਨ ਬਚਨਾਂ ਨੂੰ ਵਿਚਾਰਨ ਦੀ। ਇੱਕ ਵਾਰੀ ਬੇਨਤੀ ਪ੍ਰਵਾਨ ਕਰੋ, ਔਰ ਰਸਨਾ ਦੀ ਪਵਿੱਤਰਤਾ ਤੇ ਮਨ ਦੀ ਇਕਾਗਰਤਾ ਵਾਸਤੇ ਸਾਰੀ ਸੰਗਤ ਪਿਆਰ ਨਾਲ ਇਕੱਠੇ ਹੋ ਕੇ ਉਚਾਰਨ ਕਰੋ ਤੇ ਆਖੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਜੀ। ਫਿਰ ਆਖੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਜੀ। ਗੌੜੀ ਰਾਗ ਹੈ, ਔਰ ਕਬੀਰ ਸਾਹਿਬ ਦੇ ਉਚਾਰਨ ਕੀਤੇ ਹੋਏ ਬਚਨ ਹਨ। ਸ਼ੁਰੂਆਤੀ ਬੋਲ ਹਨ, ਅੰਧਕਾਰ ਸੁਖ ਕਬਹਿ ਨਾ ਸੂਈ ਹੈ, ਰਾਜਾ ਰੰਕ ਦੋ ਜ਼ਿੰਦਗੀ ਹੈ। ਹਨੇਰਾ ਔਰ ਉਸਦੇ ਵਿਪਰੀਤ ਸ਼ਬਦ ਹੈ ਚਾਨਣ, ਰੋਸ਼ਨੀ। ਭਗਤ ਕਬੀਰ ਸਾਹਿਬ ਮਹਾਰਾਜ ਡੂੰਘੀ ਗੱਲ, ਅਧਿਆਤਮਕਵਾਦ ਦੀ ਜਿਹੜੀ ਗੱਲ ਹੈ, ਅੰਦਰੂਨੀ ਹਨੇਰਾ ਤੇ ਅੰਦਰੂਨੀ ਚਾਨਣ ਨੂੰ ਸਮਝਾਉਣ ਲਈ ਬਾਹਰਲੇ ਚਾਨਣ ਦੀ ਤੇ ਹਨੇਰੇ ਦੀ ਉਦਾਹਰਨ ਦਿੰਦੇ ਨੇ। ਸੱਚੀ ਮੁੱਚੀ ਗੱਲ ਸਮਝਣ ਵਾਲੀ। ਭਗਤ ਕਬੀਰ ਸਾਹਿਬ ਮਹਾਰਾਜ ਕਹਿੰਦੇ ਨੇ, ਵੇਖੋ ਹਨੇਰਾ ਗਰੀਬ ਨੂੰ ਨਹੀਂ, ਹਨੇਰਾ ਅਮੀਰ ਨੂੰ ਵੀ ਵਿਚਲਿਤ ਕਰ ਦਿੰਦਾ। ਤੁਸੀਂ ਕਹੋਗੇ ਜੀ ਕਿਵੇਂ? ਲਓ ਜਰਾ ਸਮਝਿਓ। ਅਸੀਂ ਗ੍ਰਸਤੀ ਲੋਕ ਘਰ ਦੇ ਵਿੱਚ ਜਿਤਨਾ ਵੀ ਵਾਲੇਵਾ, ਜਿਤਨਾ ਵੀ ਸਾਮਾਨ ਲੈ ਕੇ ਜਾਂਦੇ, ਕੋਈ ਏਅਰ ਕੰਡੀਸ਼ਨ ਹੈ, ਵਾਸ਼ਿੰਗ ਮਸ਼ੀਨ ਹੈ, ਜੂਸਰ ਹੈ, ਸੋਫੇ ਹਨ, ਡਬਲ ਬੈੱਡ ਹਨ, ਮੈਂ ਕਿਹਦਾ ਜ਼ਿਕਰ ਕਰਾਂ। ਜਿਤਨਾ ਵੀ ਸਾਜ਼ੋ ਸਮਾਨ ਅਸੀਂ ਬਾਜ਼ਾਰ ਵਿੱਚੋਂ ਖਰੀਦੋ ਫਰੋਖਤ ਕਰਕੇ ਘਰ ਲਿਜਾਂਦੇ ਹਾਂ, ਕੌਮ ਦੇ ਵਾਰਸ ਹੋ, ਗੱਲ ਸਮਝਣ ਲਈ ਅਰਜ਼ ਕਰ ਰਹੇ ਹਾਂ ਤਾਂ ਕਿ ਸੌਖੇ ਢੰਗ ਨਾਲ ਗੱਲ ਸਮਝ ਵਿੱਚ ਆ ਜਾਏ। ਉਹਦੇ ਪਿੱਛੇ ਪ੍ਰਯੋਜਨ ਕੀ ਹੁੰਦਾ ਹੈ? ਇਹ ਸਾਨੂੰ ਸੁੱਖ ਦੇਗਾ, ਔਰ ਉਹ ਸੁੱਖ ਦਿੰਦਾ ਹੈ। ਘਰ ਵਿੱਚ ਕਰੰਟ ਆ ਰਿਹਾ ਹੈ, ਏਸੀ ਆਪਣਾ ਕੰਮ ਕਰ ਰਿਹਾ, ਪੱਖਾ ਆਪਣਾ ਕੰਮ ਕਰ ਰਿਹਾ, ਜੂਸਰ ਆਪਣਾ ਕੰਮ ਕਰ ਰਿਹਾ, ਫ੍ਰਿਜ ਆਪਣਾ ਕੰਮ ਕਰ ਰਿਹਾ, ਬਲਬ ਆਪਣਾ ਕੰਮ ਕਰ ਰਿਹਾ, ਸਾਰੇ ਕੰਮ ਵਿਧੀਵਤ ਢੰਗ ਨਾਲ ਸਾਰੇ ਉਪਕਰਨ ਆਪਣਾ ਕੰਮ ਕਰ ਰਹੇ। ਪਰ ਅਚਾਨਕ ਲਾਈਟ ਚਲੀ ਜਾਏ, ਅਚਾਨਕ ਲਾਈਟ ਚਲੀ ਗਈ ਹੈ ਤੇ ਹੁਣ ਕੀ ਹੋਵੇਗਾ? ਜਿਹਨੇ ਉੱਠਣਾ ਹੈ ਕੋਈ ਆਰ ਪਾਰ ਕਰਨ ਲਈ, ਜਿਹੜਾ ਸੋਫਾ ਸੁੱਖ ਦਿੰਦਾ ਸੀ, ਉਸ ਸੋਫੇ ਦੀ ਗੁੱਤ ਦੇ ਵਿੱਚ ਗੋਡਾ ਵੱਜਿਆ। ਕਿਉਂ ਵੱਜਾ? ਹਨੇਰੇ ਦੇ ਦੋਸ਼ ਕਾਰਨ। ਦਰਵਾਜ਼ੇ ਵਿੱਚੋਂ ਲੰਘਣ ਲੱਗਿਆ ਅਰਕ ਵੱਜ ਗਈ, ਜੇ ਦਰਵਾਜ਼ਾ ਦਿਸੇ ਕੋ ਨਹੀਂ, ਕਿਤੇ ਠੁੱਡਾ ਵੱਜ ਗਿਆ। ਹੁਣ ਤੁਸੀਂ ਵੇਖੋ, ਜਿਤਨਾ ਵੀ ਘਰ ਵਿੱਚ ਸਾਮਾਨ ਸੀ ਸੁੱਖ ਦੇ ਰਿਹਾ ਸੀ, ਚੰਦ ਸੈਕਿੰਡ ਵਾਸਤੇ ਲਾਈਟ ਚਲੀ ਗਈ ਹੈ, ਕਰੰਟ ਚਲਾ ਗਿਆ ਹੈ, ਜਿਹੜੀਆਂ ਚੀਜ਼ਾਂ ਸੁੱਖ ਦੇ ਰਹੀਆਂ ਸਨ ਉਹੀ ਚੀਜ਼ਾਂ ਉਲਟਾ ਦੁੱਖ ਦੇਣ ਲੱਗ ਪਈਆਂ। ਠੀਕ ਇਸੇ ਤਰ੍ਹਾਂ ਸਾਡੇ ਅੰਦਰ ਵੀ ਇੱਕ ਚਾਨਣ ਹੈ, ਇੱਕ ਹਨੇਰਾ ਹੈ। ਹਨੇਰਾ ਕੀ ਹੈ? ਚਾਨਣ ਕੀ ਹੈ? ਹਨੇਰੇ ਨੂੰ ਅਗਿਆਨਤਾ ਕਿਹਾ, ਅਗਿਆਨਤਾ ਨਾ ਵਾਕਫੀਅਤ, ਔਰ ਚਾਨਣ ਨੂੰ ਗਿਆਨ ਕਿਹਾ। ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ। ਹੁਣ ਅੰਦਰ ਜਿਵੇਂ ਬਾਹਰ ਦਾ ਹਨੇਰਾ ਸਾਨੂੰ ਰਾਜੇ ਨੂੰ ਵੀ ਦੁਖੀ ਕਰਦਾ, ਰੰਕ ਨੂੰ ਵੀ ਦੁਖੀ ਕਰਦਾ, ਅਮੀਰ ਨੂੰ ਵੀ ਦੁਖੀ ਕਰਦਾ, ਗਰੀਬ ਨੂੰ ਵੀ ਦੁਖੀ ਕਰਦਾ। ਯਕੀਨ ਜਾਣਿਓ,
ठीक इसे तरह अज्ञानता रूपी हनेरा भी सानू दुखी करता है। अज्ञानता की है, हाय मैं मर ना जा, जो कुछ मैं इकट्ठा किया मेरे खुश ना जाए, मेरी इज्जत आबरू नूं आंच ना आ जाए, आ गल इदां ना हो जाए, आ गल इदां ना हो जाए। ये अज्ञानता है। और उस अज्ञानता का हनेरा सानू पल पल दुखी करता है। वो अज्ञानता दूर किवें होवे? उस अज्ञानता नूं दूर करने लई ज्ञान की जरूरत है। किहड़ा ज्ञान? महज जनरल नॉलेज नहीं, बई साडे भारत वर्ष की सारी जिहड़ी भूगोल है ਉਹਦੇ ਨਾਲ ਕਿਹੜੀ कंट्री लगती है जी, थोड़ी जी गुट अफगानिस्तान की भी लग जाती है जी, पाकिस्तान लग जाता है जी, चाइना लग जाता है जी, म्यांमार लग जाता है जी, समुद्री रस्ते तो फलाफला लग जाते हैं। नहीं, ये जानकारी होनी चंगी गल है, बुरी गल नहीं, पर जिस जानकारी की मैं गल कर रहा वो जानकारी है अध्यात्मक। मैं कौन हाँ? पहला सवाल, किथों आया हाँ? दूजा सवाल, की करन आया? तीजा सवाल, मैं आत्मा हाँ, मैं परलोक विचों आया हाँ जी, करन की आया? ते हजूर कह लगे आयो सुनन पढ़न को पानी। प्यारे सारिया थावां दी ये हाल है, पानी पढ़न वास्ते असीं पाठी रख लै, ग्रंथी रख लै। जे ते किसी 5 स्टार होटल दे विच डिनर करना है ते मैं कहां भी पाठियां नूं माया दे दिओ ते इन्हां नूं कहो भी उत्थे घर आउण ते वो तो तुहानूं आ जाए, कहते क्यों जी असीं आप जावांगे। जे लॉन्ग ड्राइव पे जाना है श्री अमृतसर साहब तक, तो मैं कहां भी आ पाठी नूं दे दिओ चाबी मोटर दी, लै आवे, क्यों जी असीं आप लॉन्ग ड्राइव पे जावांगे। बड़े सोहणे सोहणे कपड़े पाने ने ते वो आप पाने, खाने आप खाने ने, पर जदों धर्म कमान की गल आउणी है उदों रेंटल असीं। ये जिहड़ा घर है ना जिथे तुसीं बैठे हो, रहत मर्यादा विच बेहद है, तुसीं अपने घर सहज पाठ अखंड पाठ आप नहीं कर सकते, ये पाठी सिंह आप कराओ, पर नाल हुक्म है भी बैठ के सुन सकते। बहुत घट गुरमुख प्यारिਆਂ ਨੂੰ मैं उत्थे पिंड बेनती करके उन्होंने मनाया, सिर्फ इन्नी को गल मैं मना सकिया। की करते सन भी घर में अखंड पाठ रखिया है, कोई मत्था टेकन आया भी गुआंढ में अखंड पाठ रखिया है भी चलो कहन ना मत्था टेक आइए, वो जिवें ही मत्था टेक के बहना ना उन्हें ट्रे लैके अंदर ही चाह ते बिस्कुट लैके पहुंच गया। मैं बड़ा कह के उन्होंने कहा भी इनू बैठ लैन दो, 1-2 शब्द सुन लैन, जदों जान लगे इनू चाह पिया कोई गल नहीं, पर कम से कम वो आया है तो उन्होंने 1 शब्द 2 शब्द 5 मिनट 10 मिनट सुन लैन दो ताकि वो लाहा ले सके। तो गुरबाणी ने साडा कल्याण करना है। साथ संगत गुरबाणी सानू पढ़नी पैगी, ये किसी मजबूरी बस असी नहीं पढ़ सकते, सानू सुननी पैगी, समझनी पैगी, और कोई विकल्प नहीं, क्योंकि अपन हथी अपना आपे ही काज सवारी है। प्यास मैनू लगी है, पानी मैनू पीना पेगा, भुख मैनू लगी है, मैनू भोजन खाना पेगा, नींद मैनू आई है, रेस्ट मैनू करनी पेगी, बीमार मैं हाँ, दवाई मैनू खानी पेगी। यकीन जाने हो, गुस्सा ना करे हो। ठीक इसे तरह धर्म भी साडे ते लागू है, वो अपन काज अपन हथी ही सवारना पेगा। ज्ञान गुरु आत्म उपदेशो नाम विभूत लगावो दशमेश पिता, और वो ज्ञान सानू गुरबाणी बख्शिश करती है। सानू हुण होर किसी ज्ञान की जरूरत नहीं, वो ठीक है अपनी जगह ने सारे सत्कार योग ने, पर सिख नूं हुण ज्ञान लैण लई किते जाण की जरूरत नहीं। साडे कोल बहुत बड़ा खजाना है। इस खजाने बारे बाणीकार जदों धन गुरु अर्जन साहब सच्चे पातशाह नूं प्रश्न किया भी महाराज गुरु ग्रंथ साहब का प्रकाश कित्थे करिए, ते हजूर ने कहा जिथे मैं चलोए दे थले बराजना उत्थे प्रकाश करो।
ਤੇ ਸਿੱਖਾਂ ਨੇ ਸਵਾਲ ਕੀਤਾ ਵੀ ਸੱਚੇ ਪਾਤਸ਼ਾਹ ਕੀ ਇਹ ਪੋਥਾ ਸਾਹਿਬ ਉਦੋਂ ਗੁਰੂ ਗ੍ਰੰਥ ਸਾਹਿਬ ਨਹੀਂ ਸਨ ਕਹਿੰਦੇ? ਮੈਂ ਬੇਨਤੀ ਕਰਾਂ ਇਹਨੂੰ ਥੋੜਾ ਬਰਦਾਸ਼ਤ ਕਰ ਲੈ। ਗੁਰੂ ਗ੍ਰੰਥ ਸਾਹਿਬ ਸ਼ਬਦ ਵੀ ਗੁਰੂ ਸਾਹਿਬਾਨ ਨੇ ਸ਼ੁਰੂ ਕਰਾਇਆ, ਪਰ ਉਸ ਵੇਲੇ ਪੋਥਾ ਜਾਂ ਪੋਥੀ ਸ਼ਬਦ ਕਿਹਾ ਜਾਂਦਾ। ਪੋਥੀ परमेश्वर का थान श्री गुरु ग्रंथ साहब। सिखा सवाल किया, कौम के वापस सुर ते जोर दे के मेरी बेनती सुनियो भी महाराज ये जिहड़ा पोथा साहब है तुहाडे नालों भी वधेरे सत्कारयोग है? ते महाराज ने कहा हाँ, ये सब नालों वधेरे सत्कार। श्री गुरु ग्रंथ साहब महाराज जी का पहला प्रकाश दिवस सारे 7 तरीक को इस स्थान ते बड़ी भावना नाल, बड़ी श्रद्धा नाल और मनाया जाना है। गुरमत समागम उचेचे तौर पर मतलब होने ने, आप जी ने दर्शन देने की कृपालता करनी। तो उस वेले इतिहासकारां मुताबक महाराज ने शब्द उच्चारण किया जिहड़ा असीं रोज सुनने आ। महाराज फिर की तैयार हो गया शब्द ते तुसीं बड़ी बार सुनिया हो, तुहानूं सारिआं नूं जुबानी कंठ है, पर उन्होंने थोड़ा जिहा फील करने की जरूरत। हजूर ने फरमान किया, वो कह लगे जी ये केव है, ये की तैयार हो गया? महाराज कह लगे थाल विच 3 वस्तु पई। जिस तरह प्यो कमाई करता है, पसड़ पाता है और घर पैसे देता है, उन्होंने पैसों के नाल ग्रोसरी खरीदी जाती है, फिर मां घंटा 2 घंटे 3 घंटे रसोई में खपदी है। खान लग्या तो 5-7 मिनट ही लगते ना, मां नूं तो 5-7 मिनट को नहीं लगते, उन्होंने तो 2-3 घंटे भी लग जाते हैं। फिर असीं उन्होंने खाने, चाह मां नूं चढ़दा। जिवें मां प्यो कमाई करके पसड़ पा के और तुहाडे वास्ते कुली गुली ते जुली का प्रबंध करता है, गुरसिखो इस तरह मैं तुहाडे वास्ते आत्मा की खुराक का एक थाल परोसिया है। महाराज जदों मां थाल परोसती है, ਉਹਦੇ ਵਿੱਚ ਵੀ 2-3-4 ਬਣਦੀਆਂ ਹੁੰਦੀਆਂ। ਤੁਹਾਡੇ ਥਾਲ ਵਿੱਚ ਕਿਹੜੀ ਕਿਹੜੀ ਬਣਦੀ ਹੈ? ਤੇ ਹਜ਼ੂਰ ਨੇ ਫਰਮਾਨ ਕੀਤਾ 3 ਵਸਤੂ ਪਈਓ। 7 संतोख विचारो और अमृत नाम ठाकुर का पायो जिसका सबस पदार्थ। ਇਹਦੇ ਵਿੱਚ ਮੈਂ 7 ਪਾਇਆ। ਇਹ ਜਿਹੜਾ 7 ਹੈ ਗੁਰਮੁਖੋ, ਇਹਦੇ ਅਰਥ 7 ਨਹੀਂ ਹੈ। 6 ਤੋਂ ਬਾਅਦ ਤੇ 8 ਤੋਂ ਪਹਿਲਾਂ ਹਿੰਸੇ ਦਾ ਜਿਹੜਾ वर्ड वो नहीं। तेरे की है 7 मीन दान, 7 दे अंत दान होंदे और 7 दे नाल संतोख लिख दिता। क्यों लिख दिता? क्योंकि दान संतोखी कर सकता, दसवंध संतोखी कर सकता है, कृष्णालू नहीं कर सकता। कृष्णालू बंदे को जितनी मर्जी दौलत होवे वो वंड नहीं सकता, संतोखी को थोड़ी भी होवे जो वंड सकता। जदों चुनाव से गुरु नानक साहब नूं सिद्धा ने सिद्धांत पूछे ना गुरमुखो, ते महाराज ने 3 सूत्री धर्म देश प्रचंड किया। धर्म की किरत करो, नाम जपो ते वंड छको। सिद्ध कहने लगे जी नाम जपया जा सकता, किरत भी की जा सकती, वंड के भी छकिया जा सकता, पर हर हाल नहीं वंड के छकिया जा सकता। महाराज कहने लगे क्यों नहीं? जे नियत वंड के खाण दी होवे हर हाल वंडिया जा सकता। कथा लंबी है, मैं मुक्तसर अर्ज करा। एक तिला का दाना गुरु नानक साहब ने जाके संकेत दे सी भी बाबा आ तिला का दाना सानू वंड के उठा। 84 सिंध ते धन गुरु नानक साहब होर भी भगवंत सज्जन हो सकते हैं। महाराज ने भाई परदाने नूं इशारा किया, दौरी डंडा दे कुंडा डंडा तिला का दाना विच रखिया, उत्तों पानी पाया, उस दाने पानी में घोट के हजूर कह लगे लियाओ अपने अपने बर्तन। तुहानूं दस्सां जे नीयत वंडण दी होवे, एक तिला का दाना भी वंड के खाधा, नीयत ना होवे ते कई कई किलोमीटर लंबे गोदामां दे विच अनाज किसी गरीब के मुंह तक नहीं पहुंचदा। देण वास्ते ज्यादा नहीं चाहिए, देण वास्ते संतोख चाहिए। संतोखी थोड़े विचों भी दे देता है, कृष्णालू बहुते चों भी नहीं दे सकता। 3 वस्तु पईओ। 7 संतोख विचारो। 7 ते संतोख इको सिक्के दे 2 पहलू।
ਜਿਸ ਤਰ੍ਹਾਂ ਨਾ ਕੋਈ ਬੰਦਾ ਦੁਖੀ ਸੀ, ਜਾ ਰਿਹਾ ਸੀ ਤੇ ਇਸ ਭਾਵ ਵਿੱਚ ਸੀ ਮੈਨੂੰ ਸੁੱਖ ਮਿਲ ਗਿਆ। ਉਹਨੇ ਵੇਖਿਆ ਵੀ ਅੱਗੇ ਇੱਕ ਸਿੱਕਾ ਨਾ, ਇੱਕ ਕੁਆਇਨ ਜ਼ਮੀਨ ਤੇ ਡਿੱਗਾ, ਉਹਦੇ ਉੱਤੇ ਲਿਖਿਆ ਸੀ ਸੁੱਖ। ਉਹਨੇ ਝਟਪਟ ਲਪਕ ਕੇ ਪਕੜ ਲਿਆ ਕਿ ਮੈਂ ਤੇ ਸੁੱਖ ਦਾ ਮੁਤਲਾਸ਼ੀ ਆ ਤੇ ਸੁੱਖ ਮੈਨੂੰ ਮਿਲ ਗਿਆ। ਪਰ ਜਿਵੇਂ ਹੀ ਉਹਨੂੰ ਪੂੰਝ ਕੇ ਉਹਦਾ ਦੂਜਾ ਪਾਸਾ ਦੇਖਿਆ, ਉਹਦੇ ਤੇ ਲਿਖਿਆ ਸੀ ਦੁੱਖ। ਮੈਸੇਜ ਇਹ ਸੀ ਵੀ ਭਾਈ ਹਮੇਸ਼ਾ ਕਿਸੇ ਨੂੰ ਸੁੱਖ ਨਹੀਂ ਮਿਲਦਾ, ਹਮੇਸ਼ਾ ਕਿਸੇ ਨੂੰ ਦੁੱਖ ਵੀ ਨਹੀਂ ਮਿਲਦਾ। ਇਹ ਨਹੀਂ ਹੋ ਸਕਦਾ ਕੋਈ ਦੁਨੀਆ 'ਚ ਇੱਕ ਬੰਦਾ ਹੱਥ ਖੜਾ ਕਰਕੇ ਕਹਿ ਸਕਦਾ ਮੈਂ ਕਦੀ ਦੁਖੀ ਨਹੀਂ ਹੋਇਆ। ਇਹ ਗੱਲ ਵੱਖਰੀ ਹੈ ਵੀ ਪੈਗੰਬਰੀ ਪੁਰਖਾਂ ਨੂੰ ਕੋਈ ਦੁਖੀ ਨਹੀਂ ਕਰ ਸਕਦਾ, ਪਰ ਤੁਸੀਂ ਉਹਨਾਂ ਦੇ ਜੀਵਨ ਪੜ੍ਹੋ। ਗੁਰੂ ਨਾਨਕ ਸਾਹਿਬ ਬਾਬਰ ਦੀ ਜੇਲ੍ਹ ਵਿੱਚ ਕੀਮੀ ਰਹੇ, ਰਾਮਚੰਦਰ ਜੀ 14 ਸਾਲ ਦਾ ਬਨਵਾਸ ਕੱਟ ਰਹੇ ਨੇ, ਈਸਾ ਸਾਹਿਬ ਨੂੰ ਸਲੀਬ ਤੇ ਟੰਗਿਆ ਹੋਇਆ। ਹਜ਼ਰਤ ਮੁਹੰਮਦ ਸਾਹਿਬ ਨੂੰ ਕੁਰੈਸ਼ੀਆਂ ਨੇ ਉਹਨਾਂ ਦਾ ਬਰਾਦਰੀ, ਕਿਉਂਕਿ ਬੰਦੇ ਤੋਂ ਸਭ ਪ੍ਰਭਾਵਿਤ ਹੋ ਜਾਂਦੇ। ਬੜੀ ਵੱਡੀ ਜੰਗ ਹੁੰਦੀ ਹੈ ਸ਼ਰੀਕੇ ਨੂੰ ਪ੍ਰਭਾਵਿਤ ਕਰਨਾ। ਇਹਨੂੰ ਮਾਫ ਕਰੋ, ਸ਼ਰੀਕਾ ਨਹੀਂ ਪ੍ਰਭਾਵਿਤ ਕਰਨਾ। ਤਾਂ ਕਹਿੰਦੇ ਨਾ ਵੀ ਸ਼ਰੀਕ ਤੇ ਮਿੱਟੀ ਦਾ ਵੀ ਨਾ ਹੋਵੇ। ਉਹਨਾਂ ਨੇ ਧੱਕੇ ਮਾਰ ਕੇ ਹਜ਼ਰਤ ਮੁਹੰਮਦ ਸਾਹਿਬ ਨੂੰ ਮੱਕੇ ਚੋਂ ਬਾਹਰ ਕੱਢ ਦਿੱਤਾ, ਦੁਬਾਰਾ ਤਿਆਰੀ ਕਰਕੇ ਫਿਰ ਕਬਜ਼ਾ ਕਰ ਦਿੱਤਾ। ਹਜ਼ਰਤ ਮੁਹੰਮਦ ਸਾਹਿਬ ਦਾ ਸਿਰ ਪਾਟਾ ਹੋਇਆ, ਲਹੂ ਵਗ ਰਿਹਾ, ਬੇਸਮ ਉਸਮਾਨ ਦਾ ਹੈ, ਈਸਾ ਸ਼ਰੀਕ ਤੇ ਕੱਢ ਗਿਆ, ਨਾਨਕ ਸਾਹਿਬ ਚੱਕੀ ਪੀ ਰਹੇ, ਰਾਮਚੰਦਰ ਜੀ ਜੰਗਲਾਂ 'ਚ ਭਟਕ ਰਹੇ ਨੇ। ਉਹਨਾਂ ਅੱਗੇ ਅਸੀਂ ਅਰਦਾਸ ਕਰਕੇ ਕਹਿੰਦੇ ਆ ਵੀ ਮਹਾਰਾਜ ਦੁੱਖ ਨਾ ਦੇਣਾ, ਸੁੱਖ ਦੇਣਾ। ਨਹੀਂ, ਜੇ ਉਹਨਾਂ ਦੀ ਜ਼ਿੰਦਗੀ 'ਚ ਤਕਲੀਫਾਂ ਆਈਆਂ ਨੇ, ਸਾਡੀ ਜ਼ਿੰਦਗੀ 'ਚ ਆਉਣਗੇ, ਉਹਨਾਂ ਤੋਂ ਅਸੀਂ ਇਹ ਸੁੱਖ ਸਿੱਖ ਸਕਦੇ ਹਾਂ ਵੀ ਦੁੱਖ ਵਿੱਚ ਸੂਖ ਮਨਾਈ ਦੀ ਬਿਰਤੀ ਕਿਵੇਂ ਬਣ ਸਕਦੀ। ਮੁਸੀਬਤ ਸਾਨੂੰ ਬੁਲਾ ਨਾ ਸਕਦੀ, ਅਸੀਂ ਅੰਦਰੋਂ ਡਿਸਟਰਬ ਨਾ ਹੋ, ਇਹ ਪੋਸੀਬਲ ਹੈ। ਪਰ ਇਹ ਤਕਲੀਫਾਂ ਆਉਣ ਹੀ ਨਾ ਮੈਨੂੰ ਕਿਵੇਂ ਕਰਨਾ, ਇਹ ਪੋਸੀਬਲ। ਸਾਨੂੰ ਉਹ ਚੰਗਾ ਲੱਗਦਾ ਹੈ ਜਿਹੜਾ ਕਦੇ ਵੀ ਨਹੀਂ ਆਉਣਗੇ। ਕਿੱਦਾਂ ਨਹੀਂ ਆਉਣਗੇ ਭਾਈ? ਤਕਲੀਫਾਂ ਤੇ ਆਉਣਗੇ। ਦੁੱਖ ਸੁੱਖ ਦੋਏ ਤਰ ਕੱਪੜੇ ਪਹਿਰੇ ਜਾਏ ਮਨੋ, ਜਿੱਥੇ ਬੋਲਣ ਹਾਰੀ ਹੈ ਉੱਥੇ ਚੰਗੀ। ਹਰੇਕ ਗਰੀਬ ਨੂੰ, ਗਰੀਬ ਵਿਅਕਤੀ ਕੋਲ ਵੀ ਦੋ ਪੁਸ਼ਾਕਾਂ, ਔਰ ਜਦੋਂ ਉਹ ਮੈਲੀ ਹੋ ਜਾਏ, ਨਿਰੰਕਾਰ ਨੇ ਸਾਡੀਆਂ ਦੋ ਪੁਸ਼ਾਕਾਂ ਦਿੱਤੀਆਂ ਨੇ। ਜਦੋਂ ਦੁੱਖ ਬਹੁਤ ਜ਼ਿਆਦਾ ਹੋ ਜਾਣ, ਉਹ ਵਿਚਲਤ ਕਰਦੇ, ਤੂੰ ਟੁੱਟਣ ਦੇ ਕਰੀਬ ਹੋ ਜਾਏ ਤੇ ਤੇਰੇ ਉੱਤੇ ਪੂਰੀ ਚੰਗੇਰ ਸੁੱਖਾਂ ਦੀ ਬੁੱਧੀ ਮਾਰਦਾ ਤੇ ਸੁੱਖ ਤੈਨੂੰ ਗਾਫਲ ਕਰ ਦੇਣ, ਤੇਰਾ ਦਿਮਾਗ ਖਰਾਬ ਕਰ ਦੇਣ, ਫਿਰ ਬਿਜਲੀ ਦੇ ਸ਼ੌਟ ਵਾਂਗੂ ਤੈਨੂੰ ਦੁੱਖ ਦੇ ਕੇ ਸੁੱਤੇ ਨੂੰ ਇੱਕ ਵਾਰ ਫਿਰ ਦਿਖਾਉਂਦਾ ਵੀ ਨਹੀਂ, ਤੂੰ ਗਲਤ ਰਸਤੇ ਤੇ ਜਾ। ਦੁੱਖ ਵੀ ਚੰਗੇ ਨਹੀਂ ਦਿੰਦਾ, ਸੁੱਖ ਵੀ ਚੰਗੇ ਨਹੀਂ। ਔਰ ਮੈਨੂੰ ਖਿਮਾ ਕਰ ਦੇਣਾ, ਇਹ ਪੋਸੀਬਲ ਹੀ ਨਹੀਂ ਵੀ ਦੁੱਖ ਆਉਣ, ਕਦੇ ਸੁੱਖ ਆਉਣ, ਇਹ ਨਹੀਂ ਹੋ ਸਕਦਾ। ਜਿਹੜਾ ਤੁਹਾਨੂੰ ਏਦਾਂ ਦੇ ਧੀਰਜ ਦਿੰਦਾ ਹੈ, ਉਹ ਭੁਲੇਖੇ ਵਿੱਚ ਰੱਖਣ ਵਾਲੀ ਗੱਲ। ਮੈਂ ਫਿਰ ਉੱਥੇ ਸੁਰਤ ਲੈ ਆਵਾਂ, ਦੁੱਖ ਦੇ ਨਾਲ ਸੁੱਖ ਹੈ, ਸੱਤ ਦੇ ਨਾਲ ਸੰਤੋਖ ਹੈ। ਜੇ ਸੱਤ ਹੈ ਤੇ ਸੰਤੋਖ ਹੈ, ਸੰਤੋਖ ਹੈ ਤੇ ਦਾਨ ਹੈ, ਅਦਰਵਾਈਜ਼ ਦਾਨ ਨਹੀਂ। ਸੱਤ ਸੰਤੋਖ ਬੜਾ ਕੁਛ ਗੁਰੂ ਗ੍ਰੰਥ ਸਾਹਿਬ, ਪਰ ਤਿੰਨ ਚੀਜ਼ਾਂ ਮੇਜਰ ਨੇ, ਧਿਆਨ ਦਿਆ ਜੀ। ਕਿਹੜੀਆਂ? ਤੀਜੀ ਚੀਜ਼ ਹੈ ਵਿਚਾਰ। ਵਿਚਾਰ ਦਾ ਖੇੜਾ ਨਹੀਂ ਛੱਡ, ਵਿਚਾਰ ਕਰਨੀ ਹੈ, ਵਿਚਾਰ ਸੁਣਨੀ। ਜਦ ਲੱਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਏ ਕਿਛ ਕਹੀਏ। ਇੱਥੇ ਚੁੱਪ ਦਾ ਕੋਈ ਮੁਕਾਮ ਨਹੀਂ। ਚੁੱਪੇ ਚੁੱਪ ਨਾ ਹੋਵੇ ਜੇ ਲਾਏ ਰਹਾ ਦੇਵਤਾ, ਚੁੱਪ ਦਾ ਕੋਈ ਮੁਕਾਮ ਨਹੀਂ। ਬੋਲ ਸੋ ਧਰਮੜੀਆ ਮੋਨ ਕਾ ਪਿਤਾਰੀ। ਜੇ ਤੂੰ ਧਰਮੀ ਹੈ ਤੇ ਚੁੱਪ ਕਿਉਂ, ਬੋਲਦਾ ਕਿਉਂ ਨਹੀਂ? ਸ਼ੇਖ ਸ਼ਾਦੀ ਨੂੰ ਈਰਾਨ ਦੇ ਸਮਰਾਟ ਨੇ ਪੁੱਛਿਆ ਸੀ ਵੀ ਮੂਰਖ ਕਿਹਨੂੰ ਕਹਿੰਦੇ? ਸ਼ੇਖ ਸ਼ਾਦੀ ਨੇ ਜਵਾਬ ਜਿਹੜਾ ਦਿੱਤਾ ਸੀ, ਉਹ ਕਹਿਣ ਲੱਗਾ ਵੀ ਮੂਰਖ ਉਹਨੂੰ ਕਹਿੰਦੇ ਨੇ ਵੀ ਜਦੋਂ ਬੋਲਣਾ ਹੈ ਉਦੋਂ ਚੁੱਪ ਕਰਦੇ ਤੇ ਜਦੋਂ ਚੁੱਪ ਕਰਨਾ ਹੈ ਉਦੋਂ ਬੋਲਣਾ ਚਾਹੀਦਾ। ਇਹ ਗੱਲ ਤੁਸੀਂ ਵੇਖਿਆ ਕਿ ਸਮਾਜ ਵਿੱਚ ਇਸ ਤਰ੍ਹਾਂ ਹੁੰਦਾ, ਜਿੱਥੇ ਮਸਲਾ ਹੱਲ ਹੋਣਾ ਹੈ, ਜਿੱਥੇ ਮੁੱਦਾ ਹੈ, ਜਿੱਥੇ ਸਮਾਂ ਬੋਲਣ ਦਾ, ਉੱਥੇ ਤੇ ਚੁੱਪ ਕਰ ਜਾਣਾ, ਜਿਹਨੂੰ ਕਮਿਊਨੀਕੇਸ਼ਨ ਗੈਪ ਕਹਿੰਦੇ ਹੋ ਤੁਸੀਂ। ਤੇ ਜਿੱਥੇ ਚੁੱਪ ਰਹਿਣਾ ਉੱਥੇ ਬੋਲਣ ਲੱਗ ਪੈਣਾ, ਮਸਲਾ ਸਾਰਾ ਕਰਨਾ। ਉਹ ਕਹਿੰਦਾ ਮੂਰਖ ਉਹ ਹੈ ਜਿੱਥੇ ਬੋਲਣਾ ਹੈ ਉੱਥੇ ਚੁੱਪ ਕਰ ਦੇਣਾ, ਜਿੱਥੇ ਚੁੱਪ ਕਰਨਾ ਉੱਥੇ ਬੋਲਣਾ ਸ਼ੁਰੂ ਕਰ। ਵਿਚਾਰ ਦਾ ਖਹਿੜਾ ਕਦੀ ਨਹੀਂ ਛੱਡਣਾ। ਗੁਰੂ ਗ੍ਰੰਥ ਸਾਹਿਬ 'ਚ ਬਹੁਤ ਪਦਾਰਥ ਨੇ, ਤਿੰਨ ਮਹਾਨ ਪਦਾਰਥ ਨੇ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਦਾ ਪਇਓ, ਜਿਸ ਦਾ ਸਬਸ ਆਧਾਰੋ। ਆਧਾਰ ਸ਼ਬਦ ਹੈ ਨਾ ਜਿਹੜਾ,
ਇਹਨੂੰ ਬੇਸ ਕਹੀਏ। ਜੇ ਨੀਂਹ ਨਹੀਂ ਤੇ ਇਮਾਰਤ ਨਹੀਂ। ਇਹ ਆਧਾਰ ਦਾ ਤੁਹਾਡੇ ਸਾਡੇ ਸਾਰਿਆਂ ਨਾਲ ਸੰਬੰਧ ਹੈ। ਸਰਕਾਰ ਨੇ ਉਹਦਾ ਨਾਂ ਹੀ ਆਧਾਰ ਰੱਖਿਆ। ਇਹ ਤੁਹਾਡਾ ਪ੍ਰਾਇਮਰੀ ਕਾਰਡ ਹੈ, ਇਹਦੇ ਨਾਲ ਬਾਕੀ ਸਾਰੇ ਅੱਗੇ ਤੁਹਾਡੇ ਡਾਕੂਮੈਂਟ। ਇਹ ਤੁਹਾਡਾ ਬੇਸ ਹੈ, ਇਹ ਤੁਹਾਡਾ ਆਧਾਰ ਕਾਰਡ ਹੈ। ਮਰਦ ਕਹਿੰਦੇ ਤੇਰਾ ਅਧਿਆਤਮਕਵਾਦ ਵਿੱਚ ਨਾਮ ਤੇਰਾ ਆਧਾਰ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। सत संतोख विचारो अमृत नाम ठाकुर का पयो, जिस का सबस आधार। सारियां दा हुण की करिए? आख लगे जे को खावे जे को पूजै। मां थाल परोसदी है, पुत्र खांदा चाह नाम चा। माता प्रीत करे पुत खाए। ते साध संगत इसे तरह महाराज कहते इस थाल विचों तू खाना है, और खाना काफी नहीं, खा के पचाना। भावें कितना ही भोजन जिहड़ा है उन्होंने तुसी संतुलित आहार कह दो, जे उन्होंने खा के असीं पचाते नहीं तो वो किसी काम का पच जाना बड़ा लाजमी है, तां ही फायदा करता। ਉਹਦੀ ਵਿੱਚ ਬਣਦੀ ਹੈ, ਲਹੂ ਬਣਦਾ ਹੈ, ਮੱਝਾ ਬਣਦਾ ਹੈ, એનર્ਜੀ ਮਿਲਦੀ ਹੈ ਮਨੁੱਖੀ ਬੋਡੀ। ਮਨੁੱਖੀ ਸਰੀਰ ਤੇ ਖੁਰਾਕ ਦਾ ਬਣਿਆ ਹੈ, ਔਰ ਇਹਨੇ ਖੁਰਾਕ ਨਾਲ ਇਹ ਕੌੜੀ ਸਿਖਾਈ। ਪਰ ਸ਼ਰਤ ਇਹ ਹੈ ਵੀ ਜਿਸ ਤਰ੍ਹਾਂ ਦੁਨਿਆਵੀ ਭੋਜਨ ਖਾ ਕੇ ਪਚਾਈਏ ਤੇ ਫਾਇਦਾ ਹੁੰਦਾ ਹੈ, ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਖਾ ਕੇ ਤੈਨੂੰ ਪਚਾਉਣਾ ਪਏਗਾ। ਕਿ ਇਸ ਭੋਜਨ ਨੂੰ ਵੀ ਕੋਈ ਪੈਣ ਹੋਣ ਵਾਲੀ ਗੱਲ, ਉਲਟੀ ਹੋਣ ਵਾਲੀ ਗੱਲ, ਬਦਹਜ਼ਮੀ ਵਾਲੀ ਗੱਲ ਹੁੰਦੀ? ਜਿਆਦੀ ਗੁਰਬਾਣੀ ਪੜ੍ਹ ਕੇ ਨਾਮ ਜਪ ਕੇ ਇਹ ਵੀ ਬਦਹਜ਼ਮੀ ਹੁੰਦੀ ਹੈ? ਹਜ਼ੂਰ ਕਹਿੰਦੇ ਤੇ ਹੁੰਦੀ ਹੈ। ਉਹ ਕਿਵੇਂ ਹੁੰਦੀ ਹੈ? ਜਿਸ ਤਰ੍ਹਾਂ ਬਾਬੇ ਰਾਮ ਰਾਏ ਗੁਰੂ ਹਰਿਰਾਏ ਸਾਹਿਬ ਦੇ ਵੱਡੇ ਸਾਹਿਬਜ਼ਾਦੇ, ਸ਼ਕਤੀ ਤੇ ਆ ਗਈ, ਪਰ ਸਾਰੀ ਸ਼ਕਤੀ ਔਰੰਗਜ਼ੇਬ ਦੀ ਕੋਸ਼ਿਸ਼ ਵਿੱਚ ਕਰਦੀ। 72 ਕਰਾਮਾਤਾਂ ਦਾ ਜ਼ਿਕਰ, ਅਨਹੋਣੀਆਂ ਗੱਲਾਂ ਸ਼ਕਤੀਆਂ ਨਾਲ ਕੀਤੀਆਂ। ਪਰ ਤੁਸੀਂ ਵੇਖੋ ਸਤਵੇਂ ਪਾਤਸ਼ਾਹ ਨੇ ਹਮੇਸ਼ਾ ਵਾਸਤੇ ਉਹਦੇ ਨਾਲੋਂ ਆਪਣਾ ਨਾਤਾ, ਬਈ ਤੇਰੇ ਨਾਲ ਸਾਡਾ ਕੋਈ ਸਰੋਕਾਰ, ਤੂੰ ਮੇਰਾ ਪੁੱਤਰ ਹੀ ਨਹੀਂ। ਤਾਂ ਹਜ਼ੂਰ ਨੇ ਕਿਹਾ ਵੀ ਜੇ ਕੋ ਖਾਵੇ ਜੇ ਕੋ ਪੁੱਜੈ, ਪੁੱਜੈ ਨਹੀਂ ਪਚਾਵੇ, ਇਸ ਕਾ ਹੋਏ ਉਧਾਰੋ। ਜਿਹੜਾ ਜਿਹੜਾ ਖਾਵੇਗਾ, ਖਾ ਕੇ ਪਚਾਵੇਗਾ, ਉਸ ਦਾ ਉਧਾਰ ਹੋ ਜਾਏ। ਫਿਰ ਨਸੀਹਤ ਪਤਾ ਕੀ ਕੀਤੀ ਕੌਮ ਦੇ ਵਾਸਤੇ? ਨਸੀਹਤ ਕੀਤੀ ਇਹ ਵਸਤ ਕਦੀ ਨਾ ਜਾਏ। ਅਸੀਂ ਸਭ ਕੁਝ ਛੱਡ ਦਿੰਦੇ ਹਾਂ, ਖਿਮਾ ਕਰਨਾ। ਮਹਾਰਾਜ ਕਹਿ ਰਹੇ ਨੇ ਵੀ ਇਹ ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਛੱਡ ਨਾ ਦਿਆ। ਅਸੀਂ ਹੋਰ ਹਰੇਕ ਚੀਜ਼ ਨੂੰ ਪਕੜ ਕੇ ਬੈਠ ਜਾਂਦੇ ਹਾਂ। ਜੇ ਛੱਡਿਆ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਛੱਡਿਆ। ਇਹ ਗੱਲ ਮੈਂ ਇੰਡੀਵਿਜੂਅਲ ਤੁਹਾਨੂੰ ਨਹੀਂ ਕਹਿ ਰਿਹਾ, ਤੁਸੀਂ ਤੇ ਬੈਠੇ ਹੋ ਸਮਾਂ ਕੱਢ ਕੇ। ਪਰ ਜੇ ਅਸੀਂ ਪਰਸੈਂਟੇਜ ਕੱਢੀਏ ਆਲੇ ਦੁਆਲੇ ਉਪਵਾਸ ਦੀ ਬੱਸੋਂ ਦੇ ਵਿੱਚੋਂ, ਤੇ ਫਿਰ ਬਹੁ ਗਿਣਤੀ 95% ਲੋਕ, 99% ਲੋਕ ਤੇ ਛੱਡਣ ਵਾਲੇ। ਹਜ਼ੂਰ ਕਹਿੰਦੇ ਨੇ ਬਸ ਤਜੀ ਰਹਿ ਜਾਈ, ਨਿਤ ਨਿਤ ਰੱਖ ਪੁਰਤਾ ਹਿਰਦੇ ਵਿੱਚ ਰੱਖ, ਤਨ ਸੰਸਾਰ ਚਰਨ ਲਗ ਕਰੀਏ ਸਭ ਨਾਲ। ਅਤਕਾਰ ਸੁਖ ਕਬੈ ਨ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਹਨੇਰਾ ਗਰੀਬ ਨੂੰ ਵੀ ਵਿਚਲਿਤ ਕਰਦਾ ਹੈ, ਹਨੇਰਾ ਅਮੀਰ ਨੂੰ ਵੀ ਵਿਚਲਿਤ। ਜੋ ਪੈ ਰਸਨਾ ਰਾਮ ਨਾ ਪਹਿਗੋ, ਉਪਜਤ ਬਿਨਸਤ ਰੋਬਤ ਰਹਿ। ਅਗਲੇ ਬਚਨ ਨੇ ਵਿਚਾਰਹੀਨ ਸ਼ਬਦ ਦੇ। ਜਦੋਂ ਤੱਕ ਅਸੀਂ ਆਪਣੀ ਜੀਭ ਨਾਲ, ਆਪਣੀ ਰਸਨਾ ਨਾਲ ਨਾਮ ਨਹੀਂ ਜਪਦੇ, ਤਦੋਂ ਤੱਕ ਆਵਾਗੌਣ ਖਤਮ ਨਹੀਂ ਹੋਵੇਗੀ। ਹੁਣ ਮੈਨੂੰ ਪਤਾ ਹੈ ਆਵਾਗੌਣ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਅਨੁਸਾਰ ਮਹਾਰਾਜ ਆਵਾਗੌਣ ਦੀ ਗੱਲ ਕਰਦੇ। ਕਈ ਜਨਮ ਪਏ ਕੀਟ ਪਤੰਗਾ,
ਕਈ ਜਨਮ ਗਜ ਮੀਨ ਕੁਰੰਗਾ। ਔਰ ਇਸ ਭਾਵ ਦੇ ਪਿਆਰੇ ਹੋਰ ਬੜੇ ਬਚਨ ਨੇ। ਹਜ਼ੂਰ ਕਹਿੰਦੇ ਨੇ ਜਦੋਂ ਤੱਕ ਤੂੰ ਰਸਨਾ ਨਾਲ ਸਿਮਰਨ ਨਹੀਂ ਕਰਦਾ, ਨਾਮ ਨਹੀਂ ਜਪਦਾ, ਤੇਰਾ ਆਵਾ ਗਾਉਣ ਦਾ ਚੱਕਰ ਜਿਹੜਾ ਉਹ ਨਹੀਂ ਮਿਟੇਗਾ। ਜੋ ਪੈ ਰਸਨਾ ਰਾਮ ਨਾ ਕਹਿ ਬੋ। ਇਸ ਜੀਵ ਨੂੰ ਬੜਿਆਂ ਥਾਵਾਂ ਤੇ ਮੁਖਾਤਬ ਹੋ ਕੇ ਬਾਣੀਕਾਰਾਂ ਨੇ ਕਿਹਾ, ਭਾਈ ਤੇਰਾ ਕੰਮ ਪਰਮਾਤਮਾ ਦਾ ਨਾਮ ਹੈ। ਇਹ ਰਸਨਾ ਤੂੰ ਅਨ ਰਸ ਰਾਜ ਨਹੀਂ, ਤੇਰੀ ਪਿਆਸ ਨਾ ਪਿਆਸ ਨਾ ਜਾਏ ਹੋਰਤ ਕਿਤੈ, ਜਿੱਤਰ ਜਿੱਤਰ ਹਰ ਰਸ ਪੱਲੇ ਨਾ ਪਾਏ। ਕਿਤੇ ਮਹਾਰਾਜ ਕਹਿੰਦੇ ਨੇ ਰੇ ਜਿਹਵਾ ਇਹ ਹੈ ਇਹ ਮੇਰੀ ਜੀਬ, ਕਰੋ ਸਤ ਖੰਡ ਜਾਮ ਨਾ ਉਚਰ ਸ੍ਰੀ ਗੋਬਿੰਦ। ਐ ਜੀਬ ਜੇ ਤੂੰ ਵਾਗਰੂ ਵਾਗਰੂ ਨਹੀਂ ਜਪਣਾ ਤੇ ਫਿਰ ਮੈਂ ਤੇਰੇ 100 ਟੁਕੜੇ ਕਰਕੇ ਖਿਲਾਰ ਦੇਵਾਂ, ਤੇਰਾ ਕਰਨਾ ਕੀ। ਫਿਰ ਹਜ਼ੂਰ ਕਹਿੰਦੇ ਨੇ ਨੈਣ ਨਾ ਦੇਖੈ ਸਾਧ ਸੇ ਨੈਣ ਬੇਹਾਲਿਆ। ਅੱਖਾਂ ਹੋਰ ਤੇ ਬਹੁਤ ਕੁਝ ਤੱਕਦੀਆਂ ਨੇ ਪਰ ਗੁਰੂ ਨੂੰ ਨਹੀਂ ਤੱਕਦੀ। ਤੇ ਕਿਹੜੇ ਕੰਮ ਦੀਆਂ ਨੇ? ਅਸਲ ਪ੍ਰਯੋਜਨ ਤੇ ਖਤਮ ਹੋ ਗਿਆ ਨਾ। ਹੋਰ ਜੋ ਕੁਝ ਵੀ ਤੱਕਦੀਆਂ ਨੇ ਫਿਰ ਉਹ ਵਿਅਰਥ ਹੈ। ਨੈਣ ਨਾ ਦੇਖੈ ਸਾਧ ਸੇ ਨੈਣ ਬੇਹਾਲਿਆ, ਕਰਨ ਨਾ ਸੁਣਈ ਨਾਦ, ਕਰਨ ਮੁੰਦ ਘਾਲਿਆ। ਕੰਨਾਂ ਨਾਲ ਤੂੰ ਨਾਦ ਨਹੀਂ ਸੁਣਦਾ, ਸ਼ਬਦ ਨਹੀਂ ਸੁਣਦਾ। ਰਸਨਾ ਜਪੈ ਨਾ ਨਾਮ। ਹਜ਼ੂਰ ਕਹਿੰਦੇ ਨੇ ਤਿਲ ਤਿਲ ਕਰ ਕੱਟੀਏ। ਹਰਿਆ ਜਪ ਬਿਸਰੈ ਗੋਬਿੰਦ ਰਾਓ, ਦਿਨੋਂ ਦਿਨ ਕੱਟੀਏ। ਜੋ ਪੈ ਰਸਨਾ ਰਾਮ ਨਾ ਕਹਿ ਬੋ। ਹੁਣ ਇਹ ਆਸਾਨ ਨਹੀਂ ਗਾ ਨਾਮ ਜਪਣਾ, ਇੰਪੋਸੀਬਲ, ਅਸੰਭਵ ਤੇ ਨਹੀਂ ਸੱਚ ਸਕਦੇ। ਤੁਹਾਡੇ ਵਿੱਚ ਰੂਹਾਂ ਜਪਣ ਵਾਲੀਆਂ ਬੈਠੀਆਂ ਵੀ ਹੋ ਸਕਦੀਆਂ, ਮੈਨੂੰ ਤੇ ਇਸ ਗੱਲ ਦਾ ਬੋਧ ਨਹੀਂ, ਪਰ ਇਹਨਾਂ ਮੈਨੂੰ ਬੋਧ ਹੈ ਵੀ ਇਹ ਕੰਮ ਆਸਾਨ, ਨਾਮੁਮਕਿਨ ਵੀ ਨਹੀਂ ਪਰ ਆਸਾਨ ਵੀ ਨਹੀਂ। ਇਸ ਲਈ ਮੈਂ ਪਤਾ ਕੀ ਅਰਜ਼ ਕਰਨਾ, ਜਿਹੜਾ ਅਜੇ ਬਿਲਕੁਲ ਸ਼ੁਰੂ ਨਹੀਂ ਹੋਇਆ, ਸਿਰਫ 5 ਮਿੰਟ ਤੋਂ ਸ਼ੁਰੂ। ਤੁਸੀਂ ਕਦੀ ਕਿਸੇ ਬੱਚੇ ਨੂੰ ਪਹਿਲੇ ਦਿਨ ਸਕੂਲ ਦੀ ਵੈਨ ਵਿੱਚ ਹੱਸਦੇ ਹੋ ਚੜ੍ਹਦੇ ਵੇਖਿਆ? ਮੈਂ ਤੂੰ ਅਸੀਂ ਸਾਰੇ, ਸਾਡੇ ਸਾਰੇ ਬੱਚੇ ਮੈਂ ਤੇ ਰੋਂਦੇ ਹੀ ਚੜ੍ਹਦੇ ਵੇਖੇ, ਕਿਉਂਕਿ ਉਹਨਾਂ ਨੂੰ ਬੋਧ ਹੀ ਨਹੀਂ ਕਿ ਐਜੂਕੇਸ਼ਨ ਦਾ ਇੱਕ ਵਕਤ ਹੁੰਦਾ ਹੈ। ਜੇ ਵਕਤ ਪੁੱਜ ਗਿਆ ਫਿਰ ਪ੍ਰਾਪਤ ਨਹੀਂ ਹੋਣੀ। ਸਾਨੂੰ ਉਹਦੇ ਫਿਊਚਰ ਬਾਰੇ ਟੈਨਸ਼ਨ ਵੀ, ਅਸੀਂ ਉਹਨੂੰ ਰੋਂਦੇ ਨੂੰ ਚੜਾਉਂਦੇ, ਅਸੀਂ ਉਹਨੂੰ ਰੋਂਦਾ ਮੈਂ ਦੇਖਣਾ ਨਹੀਂ ਚਾਹੁੰਦੇ ਬੱਚਾ, ਪਰ ਵੈਨ ਵਿੱਚ ਅਸੀਂ ਰੋਂਦੇ ਹੋਏ ਨੂੰ ਧੱਕਦੇ ਨੇ। ਕੋਈ ਗੱਲ ਹੌਲੀ ਹੌਲੀ ਹਿਲ ਜਾਏ। ਮਨ ਜਿਹੜਾ ਹੈ ਉਹ ਨਾਮ ਜਪਣ ਵਾਲੇ ਪਾਸੇ ਵੀ ਭੱਜੇਗਾ ਪਹਿਲੇ ਦਿਨ। ਸੁਸਤੀ ਪੈ ਗਈ, ਮਨ ਵਿੱਚ ਹੋਰ ਤਰ੍ਹਾਂ ਦੇ ਖਿਆਲ ਹੋਣ, ਆਈ ਜਾਣ, ਕੋਈ ਗੱਲ ਨਹੀਂ, ਤੁਸੀਂ ਕੰਮ ਕਰੀ ਜਾਓ। ਔਰ 5 ਮਿੰਟ ਸ਼ੁਰੂ ਕਰ ਲਈਏ। ਜਿਹੜਾ ਕੰਮ ਰੋਜ਼ ਕਰੀਏ ਨਾ, ਭਾਵੇਂ 5 ਮਿੰਟ ਹੀ ਕਰੀਏ, ਉਹ ਬੜਾ ਰੰਗ ਲਿਆ। 5 ਮਿੰਟ ਤੋਂ ਵਧਾਇਆ ਜਾ ਸਕਦਾ। ਹੁਣ ਜਿਹੜੇ ਘੰਟਾ ਬੈਠਦੇ ਨੇ ਉਹਨਾਂ ਨੂੰ ਮੈਂ 5 ਮਿੰਟ ਨਹੀਂ ਕਹਿ ਰਿਹਾ, ਉਹ ਭਾਵੇਂ ਹੋਰ ਵਧਾ ਲੈ। ਜਿਹੜੇ ਮੇਰੇ ਨਾਲ ਦੇ ਬਿਲਕੁਲ ਹੀ ਨਹੀਂ ਬੈਠਦੇ, ਉਹ 5 ਮਿੰਟ ਤੋਂ ਸ਼ੁਰੂ ਕਰ ਲੈਣ। ਉਹ 5 ਮਿੰਟ ਆਹਿਸਤਾ ਆਹਿਸਤਾ ਜਦੋਂ ਰਸ ਆਉਣ ਲੱਗ ਪਿਆ, ਫਿਰ ਕੋਈ ਤੁਹਾਡੇ ਕੋਲ ਚਾਹ ਵੀ ਰੱਖ ਜਾਏ ਤੇ ਉਹ ਠੰਡੀ ਹੋ ਜਾਏਗੀ, ਚਾਹ ਵੱਲ ਸੁੱਟ ਨਹੀਂ ਜਾਏ। ਇਸ ਵਾਸਤੇ ਹਜ਼ੂਰ ਅੱਜ ਉਪਦੇਸ਼ ਕਰ ਰਹੇ ਨੇ, ਜੋ ਪੈ ਰਸਨਾ ਰਾਮ ਨਾ ਕਹਿ ਦੋ, ਉਪਜਤ ਬਿਨਸਤ ਰੋਵਤ ਰਹੇ। ਮੈਨੂੰ ਡਾਢਾ ਚੇਤਾ ਹੈ, ਆਪਣੇ ਅਨੁਭਵ ਦੀ ਮੈਂ ਗੱਲ ਦੱਸਣਾ। ਮਾਤਾ ਦਾ ਸੁਭਾਅ, ਬਿਰਤੀ ਥੋੜੀ ਧਾਰਮਿਕ, ਹੁਣ ਵੀ ਉਹ ਕਾਇਮ ਨੇ। 90 ਸਾਲ ਦੀ ਉਮਰ ਹੈ, ਨੀਅਰ ਅਬਾਊਟ 85-90 ਸਾਲ ਦਾ। ਤੇ ਧਾਰਮਿਕ ਬਿਰਤੀ ਕਰਕੇ ਮੈਨੂੰ ਡਾਢਾ ਚੇਤਾ ਵੀ ਛੋਟੇ ਜਿਹੇ ਨੇ, ਜਿੱਥੇ ਕੋਈ ਗੁਰਮਤਿ ਸਮਾਗਮ ਹੋਣਾ ਉੱਥੇ ਧੱਕੇ ਨਾਲ। ਔਰ ਮੈਨੂੰ ਜਦੋਂ ਦਿਨ ਯਾਦ ਆਉਂਦੇ ਨੇ, ਮੈਨੂੰ ਪਤਾ ਹੈ ਜਿਸ ਤਰ੍ਹਾਂ ਅੱਧਾ ਘੰਟਾ 1 ਘੰਟਾ ਤੋਂ ਬੈਠਾ ਨਹੀਂ ਸੀ ਬੈਠਾ ਜਾਂਦਾ, ਪਰ ਮੈਂ ਸਮਝਣਾ ਵਾ ਵੀ ਉਹ ਬਚਪਨ ਵਿੱਚ ਸਮਾਗਮਾਂ ਵਿੱਚ ਲੈ ਕੇ ਜਾਣਾ, ਉੱਥੇ ਬਿਠਾਣਾ, ਜਦੋਂ ਹਿਲਜੁਲ ਕਰਨੀ ਤੇ ਥੋੜਾ ਘੂਰਨਾ,
ਔਰ ਆਹਿਸਤਾ ਆਹਿਸਤਾ ਇੱਕ ਆਈਡੀਓਲੋਜੀ ਇਸ ਤਰ੍ਹਾਂ ਦੀ ਬਣ ਗਈ ਵੀ ਚਾਂਸ ਹੋਰ ਮਿਲੇ ਸਮਾਜ ਵਿੱਚ ਵਿਚਰਨ ਦੇ, ਗਵਰਨਮੈਂਟ ਜੌਬ ਵੀ ਮਿਲੀ, ਵਿਦੇਸ਼ਾਂ ਵਿੱਚ ਵੀ ਜਾਣ ਦਾ ਮੌਕਾ ਮਿਲਿਆ, ਬਹੁਤ ਕੁਝ ਦੁਨਿਆਵੀ ਪੱਖ ਤੋਂ ਕੀਤਾ ਜਾ ਸਕਦਾ ਸੀ, ਪਰ ਉਹ ਜਿਹੜੀ ਬਚਪਨ ਵਿੱਚ ਆਈਡੀਓਲੋਜੀ ਬਣਾ ਦਿੱਤੀ ਗਈ ਉਹ ਮੇਰੇ ਤੇ ਭਾਰੂ ਹੋਈ। ਤਾਂ ਥੋੜਾ ਸ਼ੁਰੂ ਵਿੱਚ ਸਮੱਸਿਆ ਆਉਂਦੀ ਹੈ, ਪਰ ਸਮਾਂ ਪਾ ਕੇ ਫਿਰ ਉਹ ਚੀਜ਼ ਜਿਹੜੀ ਹੈ ਉਹ ਚੇਟਕ ਲੱਗ ਜਾਂਦੀ। 5 ਮਿੰਟ ਤੋਂ ਬਹਿਣਾ ਸ਼ੁਰੂ ਕਰ ਦਈਏ, 7 ਮਿੰਟ ਤੋਂ ਕਿੰਨਾ ਔਖਾ ਹੈ। ਹਾਲਾਂਕਿ ਹਜ਼ੂਰ ਕਹਿੰਦੇ ਨੇ ਵੀ ਆਖਣ ਔਖਾ ਸਾਚਾ ਨਾ, ਪਰ ਜਦੋਂ ਬੈਠਣਾ ਸ਼ੁਰੂ ਕਰ ਦਈਏ ਫਿਰ ਆਹਿਸਤਾ ਆਹਿਸਤਾ ਸੁਰ ਜਿਹੜੀ ਹੈ ਮਨੁੱਖ ਨੂੰ ਹਿਲਤਰ ਪੈ ਜਾਂਦੀ। ਔਰ ਜੇ ਨਾ ਜਪੀਏ ਤੇ ਫਿਰ ਉਪਜਤ ਬਿਨਸਤ ਰੋਵਤ ਰਹੇ, ਪੈਦਾ ਹੁੰਦਾ ਰਹੇਗਾ ਮਰਦਾ ਰਹੇਗਾ, ਜਨਮਦਾ ਰਹੇਗਾ ਮਰਦਾ ਰਹੇਗਾ, ਰੋਂਦਾ ਰਹੇਗਾ। ਹੁਣ ਅਸੀਂ ਕਹਾਂਗੇ ਵੀ ਇਹ ਤੇ ਬੜਾ ਆਨੰਦ ਹੈ, ਵਧੀਆ ਗੱਲ ਹੈ। ਇਹ ਪਤਾ ਆਨੰਦ ਕਿਸ ਤਰ੍ਹਾਂ, ਕਿਉਂਕਿ ਮੁਕਤੀ ਦਾ ਅਹਿਸਾਸ ਨਹੀਂ ਹੈ। ਜਦੋਂ ਜਨਮ ਹੁੰਦਾ ਹੈ ਤੇ ਨਿਰੰਕਾਰ ਦਾ ਇੱਕ ਸਿਸਟਮ ਹੈ, ਉਹ ਸਾਡੀ ਪਿਛਲੀ ਸਾਰੀ ਮੈਮਰੀ ਡਿਲੀਟ ਕਰ ਦਿੰਦਾ। ਜੇ ਉਹ ਡਿਲੀਟ ਨਾ ਕਰੇ ਤੇ ਜੀਣਾ ਹਰਾਮ ਹੋ। ਪਤਾ ਕਿਉਂ? ਜਿਹਨੂੰ ਅਸੀਂ ਬੇਟਾ ਸਮਝਦੇ ਹਾਂ, ਬੇਟੀ ਸਮਝਦੇ ਹਾਂ, ਸਾਨੂੰ ਕੀ ਪਤਾ ਕੌਣ ਨੇ। ਅਸੀਂ ਬੇਟੇ ਬੇਟੀ ਤੋਂ ਸਭ ਕੁਝ ਨਿਸ਼ਾਵਰ ਕਰਨੇ ਆ ਨਾ ਪਿਆਰੇ, ਕਿਉਂ ਕਰਨੇ ਆ? ਕਿਉਂਕਿ ਪੂਰਵ ਜਨਮ ਕੇ ਮਿਲੇ ਸਹਿਯੋਗ, ਕਿਸੇ ਦਾ ਕੁਝ ਦੇਣਾ ਅਸੀਂ ਨਹੀਂ ਦਿੱਤਾ ਗਿਆ, ਮਰ ਗਏ। ਕਿਸੇ ਤੋਂ ਕੁਝ ਲੈਣਾ ਅਸੀਂ ਨਹੀਂ ਲਿਆ ਗਿਆ, ਮਰ ਗਏ। ਉਹਨੂੰ ਸਾਫ ਪਤਾ ਬਰਾਬਰ। ਤੇ ਜੇ ਪਤਾ ਲੱਗ ਜਾਏ ਵੀ ਇਹ ਜੋ ਬੰਦਾ ਜਿਹਨੇ ਮੈਨੂੰ ਕੋਰਟ ਘੜੀ ਸਿਆਸੀ ਪੁੱਤਰ ਬਣ ਕੇ ਆ ਗਿਆ, ਫਿਰ ਉਹ ਮਮਤਾ ਨਹੀਂ ਰਹੇਗਾ, ਮੈਮਰੀ ਡਿਲੀਟ ਕਰ ਦੇਗਾ, ਲੱਗਾ ਰੋਏ ਦੇ ਆਪ। ਜਿੰਨਾ ਇਹਨੂੰ ਦੁੱਖ ਦਿੱਤਾ ਹੀ ਨਾ, ਉਹਨਾਂ ਹੁਣ ਸੁੱਖ ਦੇ ਆਪ ਦਿੱਤੀ। ਲਿਆ ਇਹਦੇ ਲਈ ਕਮਾ ਕੇ ਮਨਾ ਇਹਨੂੰ ਗੁੱਸੇ ਹੋਏ, ਮੈਮਰੀ ਡਿਲੀਟ ਕਰ ਦੇਗਾ, ਸਾਡੇ ਭਲੇ ਵਾਸਤੇ ਕਰਦਾ। ਔਰ ਨਹੀਂ ਜਪਣਾ ਤੇ ਫਿਰ ਉਪਜਤ ਬਿਨਸਤ ਰੋਵਤ ਰਹਿ। ਸੁਰ ਵਿੱਚ ਜ਼ਿੰਦਗੀ ਨਹੀਂ ਜੀਵੀ ਤੇ ਫਿਰ ਆਉਣਾ ਪਏ। ਟੋਲਸਟਾਏ ਸਾਹਿਬ ਨੇ ਇੱਕ ਕਥਾ ਲਿਖੀ ਹੈ ਛੋਟੀ ਜਿਹੀ, ਮੈਨੂੰ ਬੜੀ ਚੰਗੀ ਲੱਗਦੀ ਹੈ। ਉਹ ਕਹਿੰਦਾ ਵੀ ਇੱਕ ਸੰਗੀਤਕਾਰ, ਉਹਦਾ ਪੇਸ਼ਾ ਸੀ ਗਾਉਣਾ ਤੇ ਪੈਸੇ ਕਮਾਉਣਾ, ਪਰ ਕੋਈ ਬਹੁਤ ਲੰਬੀ ਚੌੜੀ ਟੀਮ ਨਾਲ ਨਹੀਂ, ਆਪੇ ਹੀ ਸਾਜ਼ ਵਜਾਉਂਦਾ ਸੀ, ਆਪੇ ਹੀ ਗਾਉਂਦਾ ਸੀ। ਔਰ ਵਿਚਰ ਕੇ ਜਿਵੇਂ ਟ੍ਰੇਨਾਂ ਦੇ ਵਿੱਚ ਤੁਸੀਂ ਦੇਖਿਆ ਹੈ, ਰੇਲਵੇ ਸਟੇਸ਼ਨਾਂ ਤੇ, ਬੱਸ ਅੱਡਿਆਂ ਤੇ, ਉਹ ਕਿਸੇ ਨਗਰ ਵਿੱਚ ਗਿਆ, ਉਹ ਉੱਥੇ ਕਹਿਣ ਲੱਗਾ ਵੀ ਮੈਂ ਸੰਗੀਤਕਾਰ ਹਾਂ ਔਰ ਮੈਂ ਆਪਣੇ ਸੰਗੀਤ ਦਾ ਫਨ ਜਿਹੜਾ ਲੋਕਾਂ ਨੂੰ ਦਿਖਾਣਾ ਚਾਹੁੰਦਾ। ਉਹਨਾਂ ਕਿਹਾ ਵੀ ਸਾਡੇ ਇੱਥੇ ਇੱਕ ਸਿਸਟਮ ਹੈ, ਲੋਕ ਇਲਮ ਦੋਸਤ ਨੇ, ਕਦਰਦਾਨ ਨੇ, ਪਰ ਕਿਰਤੀ ਨੇ, ਸਵੇਰੇ ਚਲੇ ਜਾਂਦੇ ਨੇ, ਸ਼ਾਮ ਨੂੰ ਹੁੰਦੇ ਨੇ। ਔਰ ਈਵਨ ਅਸੀਂ ਇੱਕ ਪਲੇਟਫਾਰਮ ਬਣਾਇਆ ਹੋਇਆ, ਆਏ ਗਏ ਨੂੰ ਉਹਦੀ ਪਰਫਾਰਮੈਂਸ ਵਾਸਤੇ ਅਸੀਂ ਬਕਾਇਦਾ ਇੱਕ ਪਲੇਟਫਾਰਮ ਬਣਾਇਆ, ਬੜਾ ਸੋਹਣਾ ਹਾਲ ਹੈ। ਪਰ ਕੰਡੀਸ਼ਨ ਇਹ ਹੈ ਵੀ ਸਾਡੇ ਨਗਰ ਦਾ ਮੁਖੀਆ ਪਰਮਿਸ਼ਨ ਦੇ ਤੇ ਉਹ ਬੋਲ ਸਕਦਾ ਹੈ, ਅਦਰਵਾਈਜ਼ ਨਹੀਂ ਬੋਲ ਸਕਦਾ। ਕਿ ਮੁਖੀਆ ਕੌਣ ਹੈ? ਕਹਿ ਲੱਗੇ ਜੀ ਸਾਹਮਣੇ ਘਰ ਹੈ। ਦਰਵਾਜ਼ਾ ਖਟਕਾਇਆ ਹੋਇਆ ਕਿ ਦੱਸੋ। ਅਸਲ ਲੱਗੇ ਜੀ ਮੈਂ ਸੰਗੀਤਕਾਰ ਹਾਂ, ਸੁਣਿਆ ਹੈ ਵੀ ਤੁਸੀਂ ਬੜੇ ਇਲਮ ਦੋਸਤ ਲੋਕ ਹੋ, ਮੈਨੂੰ ਵੀ ਮੌਕਾ ਦਿਓ। ਮੈਂ ਕਿਹਾ ਜੀ ਆਇਆਂ ਨੂੰ, ਕਮਰਾ ਖੋਲ ਦਿੱਤਾ, ਆਰਾਮ ਕਰੋ, ਪ੍ਰਸ਼ਾਦਾ ਪਾਣੀ ਛਕੋ। ਸਾਡੇ ਲੋਕ ਕਿਰਤੀ ਨੇ ਬਈ ਸ਼ਾਮ ਨੂੰ ਆਉਣਗੇ, ਤੁਹਾਨੂੰ ਖਬਰ ਕਰ ਦਿਆਂਗੇ। ਸ਼ਾਮ ਹੋਈ, ਲੋਕ ਪਲੇਟਫਾਰਮ ਤੇ ਇਕੱਠੇ ਹੋ ਗਏ। ਇਹ ਸੰਗੀਤਕਾਰ ਆਇਆ ਸਟੇਜ ਦੇ ਉੱਤੇ, ਇਹਨੇ ਆਪਣੀ ਪਰਫਾਰਮੈਂਸ ਸ਼ੁਰੂ ਕੀਤੀ। ਔਰ ਜਿਵੇਂ ਹੀ ਗਜ਼ਲ ਪੂਰੀ ਕੀਤੀ, ਜਿਹੜਾ ਵੀ ਤਰਾਨਾ ਉਹਨੇ ਗਾਇਆ ਸੀ, ਸਾਰੇ ਹਾਲ ਵਿੱਚੋਂ ਇੱਕ ਆਵਾਜ਼ ਆਈ ਸਾਫ਼। ਫੀਲਿੰਗ ਲਵੋ ਬਈ ਉਹ ਸਟੇਜ ਤੇ ਬੈਠਾ ਗਾ ਰਿਹਾ, ਸਾਹਮਣੇ ਖਚਾ ਖਚ ਹਾਲ ਭਰਿਆ, ਔਰ ਉਹਨੇ ਜਿਵੇਂ ਹੀ ਸਮਾਪਤੀ ਕੀਤੀ, ਸਾਰੇ ਹਾਲ ਵਿੱਚੋਂ ਆਵਾਜ਼ ਆਈ ਵੰਸ ਮੋਰ। ਯੂਰਪ ਦੀ ਕਥਾ, ਵੰਸ ਮੋਰ, ਇੱਕ ਵਾਰ ਹੋਰ। ਤਾਂ ਬੜਾ ਖੁਸ਼ੀ ਹੋਈ ਅੰਦਰੋਂ, ਥੋੜਾ ਜਿਹਾ ਢਾਂਢਸ, ਧੀਰਜ ਮਿਲਿਆ ਵੀ ਮੈਨੂੰ ਲੋਕਾਂ ਨੇ ਇੱਕ ਵਾਰੀ ਹੋਰ ਗਾਉਣ ਲਈ ਕਿਹਾ, ਇਹਦਾ ਮਤਲਬ ਪਸੰਦ ਕੀਤਾ। ਤਾਂ ਉਹਨੇ ਥੋੜਾ ਜਿਹਾ ਹੋਰ ਸਰੀਰ ਛੱਡ ਕੇ ਦੁਬਾਰਾ ਗਾਇਆ। ਜਿਵੇਂ ਸਮਾਪਤੀ ਕੀਤੀ, ਫਿਰ ਆਵਾਜ਼ ਆਈ ਵੰਸ ਮੋਰ। ਕਥਾ ਕਹਿੰਦੀ ਉਹਨੇ 7 ਵਾਰੀ ਗਾਇਆ, ਔਰ 7 ਵਾਰੀ ਇਹ ਆਵਾਜ਼ ਆਈ ਵੀ ਇਹੋ ਹੀ ਗੀਤ ਵੰਸ ਮੋਰ। ਹੱਥ ਜੋੜ ਕੇ ਕਹਿਣ ਲੱਗਾ, ਭਰਾਵੋ ਹੁਣ ਮੈਂ ਥੱਕ ਗਿਆ, ਮੇਰਾ ਗਲਾ ਵੀ ਥੱਕ ਗਿਆ, ਹੁਣ ਮੇਰੇ ਤੋਂ ਹੋਰ ਨਹੀਂ ਗਾਇਆ ਜਾਂਦਾ, ਕੱਲ ਨੂੰ ਸਹੀ। ਬਾਕੀ ਜਿਹੜਾ ਤੁਸੀਂ ਮੈਨੂੰ ਪਸੰਦ ਕੀਤਾ ਉਹਦੇ ਵਾਸਤੇ ਤੁਹਾਡਾ ਸਾਰਿਆਂ ਦਾ ਧੰਨਵਾਦ। ਸਾਰੇ ਹਾਲ ਵਿੱਚੋਂ ਆਵਾਜ਼ ਆਈ ਵੀ ਅਸੀਂ ਪਸੰਦ ਨਹੀਂ ਕੀਤਾ,
ਤੈਨੂੰ ਵੰਸ ਮੋਰ ਤਾਂ ਕਹਿ ਰਹੇ ਸੀ, ਤੈਨੂੰ ਗਾਉਣਾ ਨਹੀਂ ਹੁੰਦਾ, ਤੂੰ ਗਲਤ ਗਾ ਰਿਹਾ, ਤੂੰ ਸੁਰ ਵਿੱਚ ਨਹੀਂ, ਤੂੰ ਤਾਲ ਵਿੱਚ ਵੀ ਨਹੀਂ, ਤਾਂ ਤੈਨੂੰ ਵੰਸ ਮੋਰ ਕਿਹਾ। ਕਹਿੰਦਾ ਫਿਰ ਬਾਰ-ਬਾਰ ਕਿਉਂ ਕਹਿੰਦੇ? ਉਹ ਕਹਿੰਦੇ ਜਦੋਂ ਤੱਕ ਤੂੰ ਠੀਕ ਨਹੀਂ ਗਾਉਂਦਾ ਅਸੀਂ ਵੰਸ ਮੋਰ ਕਹਿੰਦੇ ਰਹੇ। ਇਹ ਤੇ ਦ੍ਰਿਸ਼ਟਾਂਤ ਹੈ, ਥੋੜਾ ਜਿਹਾ ਸੁਰ ਤੇ ਜ਼ੋਰ ਦਿਓ, ਜਿਹੜੀ ਅਸਲ ਗੱਲ ਮੈਂ ਕਹਿਣੀ, ਇਹ ਦ੍ਰਿਸ਼ਟਾਂਤ ਹੈ। ਦਾ ਦ੍ਰਿਸ਼ਟਾਂਤ ਕੀ ਹੈ? ਜ਼ਿੰਦਗੀ ਵੀ ਇੱਕ ਗੀਤ ਹੈ। ਅਸੀਂ ਜਦੋਂ ਇਹਨੂੰ ਗਾ ਕੇ ਸਮਾਪਤੀ ਕਰਦੇ ਆ, ਉਹਦੇ ਕੋਲ ਬਹੁਤ ਜ਼ਿਆਦਾ ਟਾਈਮ ਨਹੀਂ ਗਾ, ਸਾਹਮਣੇ ਖੜੇ ਹੁੰਦੇ ਆ, ਉਹ ਇਤਨਾ ਕੋਈ ਕਹਿੰਦਾ ਸਾਡੀ ਬਈ ਵੇਖ ਕੇ ਵੰਸ ਮੋਰ, ਨਹੀਂ ਤੈਨੂੰ ਢੰਗ ਨਾਲ ਜ਼ਿੰਦਗੀ ਜਿਉਣੀ ਆਈ, ਚੱਲ ਇੱਕ ਵਾਰ ਨੂੰ, ਫਿਰ ਜਾਂਦੇ ਆ, ਫਿਰ ਕਹਿੰਦਾ ਵੰਸ ਮੋਰ, ਫਿਰ ਕਹਿੰਦਾ ਵੰਸ ਮੋਰ। ਔਰ ਗੁਰਬਾਣੀ ਕਹਿੰਦੀ ਹੈ ਜੰਮ ਜੰਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਅਸਤ ਉਦੋਤ ਪਿਆ ਉੱਠ ਚੱਲੇ, ਜਿਉਂ ਜਿਉਂ ਔਧ ਵਿਹਾਣੀਆਂ। ਜੰਮ ਜੰਮ ਕੇ ਮਰਨੇ ਆ, ਮਰ ਮਰ ਕੇ ਜੰਮਨੇ ਆ, ਜਿੰਨੇ ਤੁਰਨੇ ਆ ਮੰਜ਼ਿਲ ਉਨੀ ਸਾਡੇ ਤੋਂ ਦੂਰ ਹੁੰਦੀ ਜਾ ਰਹੀ ਹੈ, ਕਿਉਂਕਿ ਸੁਰ ਵਿੱਚ ਜ਼ਿੰਦਗੀ ਜਿਉਣੀ ਨਹੀਂ। ਜੋ ਪੈ ਰਸਨਾ ਰਾਮ ਨਾ ਕਹਿਬੋ, ਉਪਜਤ ਬਿਨਸਤ ਰੋਵਤ ਰਹਿਬੋ। ਜਸ ਦੇਖੀਐ ਤਰਵਰ ਕੀ ਛਾਇਆ, ਪ੍ਰਾਣ ਗਏ ਕੋ ਕਾ ਕੀ ਮਾਇਆ। ਧਿਆਨ ਦਿਆ, ਤੁਸੀਂ ਇਕਾਗਰਤਾ ਬਣਾਈ ਰੱਖੋ। ਇਸ ਤਰ੍ਹਾਂ ਚੱਲਦੇ ਦੀਵਾਨ ਵਿੱਚ ਛੁੱਟ-ਪੁੱਟ ਘਟਨਾਵਾਂ ਇਸ ਤਰ੍ਹਾਂ ਹੁੰਦੀਆਂ ਨੇ, ਪਰ ਉਹ ਮੌਕਾ ਹੁੰਦਾ ਆਪਣੇ ਆਪ ਨੂੰ ਥੋੜਾ ਜਿਹਾ ਉਹ ਇਕਾਗਰਤਾ ਦੇ ਨੇੜੇ ਜਾਣ ਦਾ, ਉਧਰੋਂ ਧਿਆਨ ਹਟਾ ਕੇ ਇਕਾਗਰਤਾ ਵੱਲ। ਇੱਕ ਵਾਰੀ ਸਾਰੇ ਪਿਆਰ ਨਾਲ ਆਖੋ ਸਤਿਨਾਮ ਸ੍ਰੀ। ਜਸ ਦੇਖੀਏ ਤਰਵਰ ਕੀ ਛਾਇਆ, ਤਰਵਰ ਦਰਖਤ, ਪੇੜ, ਰੁੱਖ, ਰੁੱਖ ਦੀ ਛਾਂ ਇੱਕ ਜਗ੍ਹਾ ਤੇ ਨਹੀਂ ਟਿਕਦੀ। ਔਰ ਜਿਸ ਮਾਇਆ ਨੂੰ ਤੂੰ ਜੱਫੇ ਮਾਰਨਾ ਹੈ, ਇਹ ਵੀ ਇੱਕ ਜਗ੍ਹਾ ਨਹੀਂ ਟਿਕਦੀ। ਗਰੀਬ ਅਮੀਰ ਹੋ ਜਾਂਦੇ ਨੇ, ਅਮੀਰ ਗਰੀਬ ਵੀ ਹੋ ਜਾਂਦੇ ਨੇ। ਸਾਨੂੰ ਇਸ ਵਾਸਤੇ ਬਾਣੀਕਾਰਾਂ ਨੇ ਹੁਕਮ ਦਿੱਤਾ ਹੈ ਕਿ ਸੰਪੈ ਦੇਖ ਨਾ ਹਰਕੀਏ, ਵਿਪਤ ਦੇਖ ਨਾ ਰੋਏ। ਜਿਉਂ ਸੰਪੈ ਤੇ ਵਿਪਤ ਹੈ, ਵਿਦ ਨਾ ਰਚਿਆ ਸੀ। ਬਹੁਤ ਸਾਰੀ ਸੰਪत्ति ਮਿਲ ਗਈ ਹੈ ਤੇ ਹੰਕਾਰ ਵਿੱਚ ਆਕੜਨਾ, ਵਿਪਤਾ ਆ ਗਈ ਹੈ ਤੇ ਘਬਰਾ ਨਾ। ਜੇ ਸੁੱਖ ਨਹੀਂ ਨਾ ਰਿਹਾ, ਦੁੱਖ ਨੇ ਵੀ ਨਹੀਂ ਰਹਿਣਾ। ਸੁੱਖ ਨਹੀਂ ਰਿਹਾ ਤੇ ਦੁੱਖ ਕੀ ਰਹੇਗਾ? ਇਹ ਵੀ ਚਲਾ ਜਾਏਗਾ। ਤਵਾਜ਼ਨ, ਸੰਤੁਲਨ ਇੱਕੋ ਜਿਹਾ ਬਣਾ ਦਿਆ। ਜਸ ਦੇਖੀਏ ਤਰਵਰ ਕੀ ਛਾਇਆ, ਪ੍ਰਾਣ ਗਏ। ਚਲੋ ਹੁਣ ਤੇ ਤੂੰ ਉਹਨੂੰ ਸੰਭਾਲ ਕੇ ਰੱਖੇ, ਜਦੋਂ ਗੁਜ਼ਰ ਜਾਏਗਾ ਫਿਰ ਮਾਇਆ ਕਿੱਥੇ ਜਾਏਗੀ। ਸਾਡੇ ਇੱਥੇ ਤੇ ਇੱਕ ਸਿਸਟਮ ਹੈ ਵੀ ਡੈਥ ਹੋ ਜਾਏ ਨਾ ਤੇ ਲੰਬੜਦਾਰ ਪਟਵਾਰੀ ਨੂੰ ਦੱਸ ਦਿੰਦਾ, ਸਾਰੇ ਬੱਚਿਆਂ ਦੇ ਨਾਂ ਦੇ ਉੱਤੇ ਉਹ ਜ਼ਮੀਨ ਜਿਹੜੀ ਹੈ ਉਹ ਡਿਵਾਈਡ ਕਰਕੇ ਉਹ ਇੰਤਕਾਲ ਦੇ ਗਿਰਦਾਵਰੀਆਂ ਕਰ ਦਿੰਦਾ। ਪਿੰਡਾਂ ਸਾਡੇ ਇਦਾਂ ਹੀ ਹੁੰਦਾ। ਇੱਥੇ ਮੈਨੂੰ ਤੁਹਾਡੇ ਸਿਸਟਮ ਦਾ ਪਤਾ, ਕਈ ਵਾਰੀ ਪਤਾ ਵੀ ਨਹੀਂ ਹੁੰਦਾ ਤੇ ਉਹ ਬੱਚਿਆਂ ਦੇ ਨਾਂ, ਫਿਰ ਉਹ ਬੱਚੀਆਂ ਨੂੰ ਲਿਆ ਕੇ ਤੇ ਦੁਬਾਰਾ ਪੇਸ਼ੀ ਕਰਾ ਕੇ ਚਲੋ ਤੂੰ ਪਕੜ ਕੇ ਬੈਠਾ ਰਹੇਗਾ, ਜਦੋਂ ਮਰ ਜਾਏਗਾ ਫਿਰ ਕੀ ਕਰੇਗਾ? ਫਿਰ ਤੇ ਛੱਡਣੀ ਪਏਗੀ। ਬ੍ਰਿਖ ਕੀ ਛਾਇਆ ਸਿਉ ਰੰਗ ਲਾਵੇ, ਰੰਗ ਵੀ ਕਲਰ ਨਹੀਂ, ਰੰਗ ਮੈਨੇ ਪਿਆਰ। ਬ੍ਰਿਖ ਕੀ ਛਾਇਆ ਸਿਉ ਰੰਗ ਲਾਵੇ। ਹਜ਼ੂਰ ਫਰਮਾਨ ਕਰਦੇ ਨੇ ਉਹ ਬਿਨਸੈ ਉਹ ਮਨ ਬਸੈ। ਛਾਂ ਨੇ ਤੇ ਬਿਨਸਣਾ, ਰੁੱਖਾਂ ਦੀ ਛਾਵੇਂ ਸੌਣ ਵਾਲਿਆਂ ਨੂੰ ਹਰ ਅੱਧੇ ਘੰਟੇ ਬਾਅਦ ਉੱਠ ਕੇ ਮੰਜੀ ਤਰੀਕੇ ਪਰਾਂ ਕਰਨੀ ਪੈਂਦੀ। ਔਰ ਮਾਇਆ ਜਿਹੜੀ ਹੈ ਰੁੱਖ ਦੀ ਛਾਂ ਵਰਗੀ ਹੈ, ਇਹ ਇੱਕ ਥਾਂ ਤੇ ਟਿਕਦੀ ਨਹੀਂ। ਇਸ ਲਈ ਦਾਨਸਪੰਤ ਕਹਿੰਦੇ ਰਿਜ਼ਕ ਦਾ ਕਦੀ ਹੰਕਾਰ ਨਾ ਕਰੀਏ ਭਾਈ, ਇਹ ਤੇ ਛਾਂ ਵਰਗੀ ਹੁੰਦੀ ਹੈ, ਅੱਜ ਕਿਤੇ ਤੇ ਸਵੇਰੇ ਕਿਤੇ ਸ਼ਾਮ ਨੂੰ ਕਿਤੇ। ਇਹਦਾ ਕਾਹਦਾ ਹੰਕਾਰ? ਇਹਦਾ ਕਦੀ ਹੰਕਾਰ ਨਾ ਕਰੀਏ, ਸ਼ੁਕਰਾਨਾ ਕਰੀਏ, ਇਹ ਟਿਕਦੀ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਸੰਬੰਧ ਵਿੱਚ ਇੱਕ ਬੜਾ ਸੋਹਣਾ ਕਵਿਤ ਲਿਖਿਆ। ਜੇ ਸਮਝ ਆ ਜਾਏ ਨਾ ਤੇ ਜ਼ਿੰਦਗੀ ਆਨੰਦ ਨਾਲ ਭਰ ਜਾਂਦੀ। ਕਿਉਂਕਿ ਅਸੀਂ ਜਾਂ ਤੇ ਅਤੀਤ ਨੂੰ ਲੈ ਕੇ ਗੱਲਾਂ ਨੂੰ ਲੈ ਕੇ ਤੁਰਦੇ ਰਹਿੰਦੇ ਹਾਂ, ਜਾਂ ਫਿਊਚਰ ਦੀ ਟੈਨਸ਼ਨ ਕਰਦੇ ਰਹਿੰਦੇ ਹਾਂ। ਪ੍ਰੈਜ਼ੈਂਟ ਜਿਹੜਾ ਸਾਡਾ ਉਹਦਾ ਇੰਜੋਏ ਨਹੀਂ ਅਸੀਂ ਕਰ ਸਕਦੇ। ਕਈ ਵਾਰ ਸਭ ਕੁਝ ਹੁੰਦਾ
ਪਰ ਅਸੀਂ ਫਿਊਚਰ ਦੀ ਚਿੰਤਾ, ਕੱਲ ਦਾ ਕੀ ਬਣੇਗਾ, ਪਰਸੋਂ ਦਾ ਕੀ ਬਣੇਗਾ, ਚੌਥ ਦਾ ਕੀ ਬਣੇਗਾ। ਉਹ ਜੋੜਨ ਵਾਲਿਆਂ ਨੂੰ ਭਾਈ ਸਾਹਿਬ ਕਹਿੰਦੇ ਨੇ ਵੀ ਕਦੀ ਮਧੂ ਮੱਖੀ ਦੇਖੀ, ਸ਼ਹਿਦ ਦੀ ਮੱਖੀ। ਡਿਸਕਵਰੀ ਦੇ ਉੱਤੇ ਬੜੀ ਬਰੀਕ ਖੋਜ ਕਰਦੇ ਨੇ। ਸ਼ਹਿਦ ਦੀਆਂ ਮੱਖੀਆਂ ਸ਼ਹਿਦ ਸਟੋਰ ਕਰਨ ਤੋਂ ਪਹਿਲਾਂ ਇੱਕ ਹੰਗਾਮੀ ਮੀਟਿੰਗ ਸੱਦਦੀਆਂ। ਇੱਕ ਤਜਰਬੇਕਾਰ ਮੱਖੀ ਨੂੰ ਰਾਣੀ ਮੱਖੀ ਖਾਪਦੀਆਂ। ਉਹਦੇ ਹੁਕਮ ਵਿੱਚ ਕੁਝ ਪੂਰਬ, ਕੁਝ ਪੱਛਮ, ਕੁਝ ਉੱਤਰ, ਕੁਝ ਦੱਖਣ ਜਾਓ, ਕੋਈ ਧਤੂਰੇ ਤੇ ਬਵੋ, ਕੁਝ ਅੱਗ ਤੇ ਬਵੋ, ਕੁਝ ਗੁਲਾਬ ਤੇ ਬਵੋ, ਕੋਈ ਗੇਂਦੇ ਤੇ ਬਵੋ, ਕੋਈ ਸੂਰਜਮੁਖੀ ਤੇ ਬਵੋ, ਕੋਈ ਚਮੇਲੀ ਤੇ ਬਵੋ। ਜਿੱਥੋਂ ਜਿੱਥੋਂ ਸੁਗੰਧੀ ਮਿਲਦੀ ਏ, ਮਿਠਾਸ ਮਿਲਦੀ ਹੈ, ਉਹ ਸਾਰੀ ਲਿਆ ਕੇ ਸਟੋਰ ਕਰੋ। ਫਿਰ ਉਹ ਹੁਕਮ ਮੰਨਦੀਆਂ ਨੇ। ਵਿਚਕਾਰ ਨਾ ਕੋਈ ਮੱਖੀ ਥੋੜਾ ਜਿਹਾ ਚੱਕ ਕਰੇ ਤੇ ਫਿਰ ਦੂਜੀ ਮੱਖੀ ਰਾਣੀ ਮੱਖੀ ਕੋਲ ਕੰਪਲੇਂਟ ਕਰਦੀ ਵੀ ਰਾਣੀ ਮੱਖੀ ਇਹ ਅੱਜ ਸ਼ਹਿਦ ਚੱਕਿਆ। ਫਿਰ ਉਹਦੀ ਪੇਸ਼ੀ ਹੁੰਦੀ ਵੀ ਤੂੰ ਸ਼ਹਿਦ ਖਾਧਾ? ਉਹ ਕਹਿੰਦੀ ਹਾਂ ਰਾਣੀ ਮੱਖੀ, ਮੇਰਾ ਦਿਲ ਕਰ ਪਿਆ, ਮੈਂ ਥੋੜਾ ਜਿਹਾ ਸ਼ਹਿਦ ਚੱਕਿਆ। ਉਹ ਕਹਿੰਦੀ ਵੀ ਨਾ, ਖਬਰਦਾਰ, ਇਹ ਨਹੀਂ ਖਾਧਾ। ਉਹ ਫਿਰ ਸਵਾਲ ਕਰਦੀ ਵੀ ਖਾਣਾ ਨਹੀਂ ਤੇ ਕਰਨਾ ਕੀ ਹੈ? ਪਰ ਰਾਣੀ ਮੱਖੀ ਉਹਨੂੰ ਸਮਝਾਉਂਦੀ ਵੀ ਖਾਣਾ ਹੈ, ਪਰ ਜਦੋਂ ਬਹੁਤ ਸਾਰਾ ਸਟੋਰ ਹੋ ਜਾਏਗਾ ਨਾ, ਫਿਰ ਖਾਣਾ। ਅਸੀਂ ਕੀ ਕਰਨੇ ਆ? ਇਹੋ ਕੁਛ ਹੀ ਤੇ ਕਰ ਰਹੇ। ਹੋਰ ਇਕੱਠਾ ਕਰ ਲਈਏ, ਹੋਰ ਇਕੱਠਾ ਕਰਕੇ। ਪਰ ਕਦੀ ਕਦੀ ਇਸ ਤਰ੍ਹਾਂ ਹੁੰਦਾ ਹੈ, ਇਕੱਠਾ ਤੇ ਬਹੁਤ ਕਰ ਲੈਂਦੇ ਆ, ਭੋਗਣ ਦਾ ਮੌਕਾ। ਸਿਆਣਾ ਹੋਵੇ ਜਿਹੜਾ ਇਹਨੂੰ ਨਾਲ ਦੀ ਨਾਲ ਨਾ ਥੋੜੇ ਤੇ ਨਾ ਜੁੜੇ। ਇਹ ਨਹੀਂ ਵੀ ਬਿਜਲੀ ਦੇ ਬਿੱਲ ਜੋ ਵੀ ਨਾ ਰੱਖੇ, ਬੈਲੈਂਸ ਜਿਹਾ ਬਣਾ ਕੇ ਚੱਲੇ। ਬਹੁਤ ਜ਼ਿਆਦਾ ਟੈਨਸ਼ਨ ਨਾ ਲਵੇ, ਮੈਂ ਤਾਂ ਕੁਝ ਨਹੀਂ। ਬਹੁਤ ਜ਼ਿਆਦਾ ਇਕੱਠੀ ਤੇ ਕਰ ਲਈ, ਭੋਗਣ ਦਾ ਮੌਕਾ ਹੀ ਨਹੀਂ ਮਿਲਿਆ। ਸਾਰੀ ਉਮਰ ਕਮਾਈ ਕਰਕੇ ਆਲੀਸ਼ਾਨ ਕੋਠੀ ਪਾਈਏ, ਬਿਮਾਰ ਹੋ ਗਿਆ, ਮੰਜੀ ਤੇ ਪਿਆ ਤੇ ਛੱਤ ਵੱਲ ਦੇਖ ਰਿਹਾ, ਕਿੰਨੇ ਪੈਸੇ ਲਾਏ, ਕਿੰਨੀ ਡੈਕੋਰੇਸ਼ਨ ਕਰਾਈ, ਵਾਈਟ ਵਾਸ਼ ਕਰਾਇਆ, ਇਹ ਕਰਾਇਆ। ਭੋਗਣ ਦਾ ਮੌਕਾ ਹੀ ਨਹੀਂ ਮਿਲਿਆ। ਪ੍ਰਾਣ ਨਿਕਲ ਗਏ, ਸੁਰਤ ਮਕਾਨ ਵਿੱਚ ਰਹਿ ਗਈ। ਇਹ ਹਜ਼ੂਰ ਕੀ ਕਹਿੰਦੇ ਨੇ? ਅੰਤ ਕਾਲ ਜੋ ਮੰਦਰ ਸਿਮਰੈ, ਮੰਦਰ ਮੈਨੇ ਇਮਾਰਤ, ਬਿਲਡਿੰਗ, ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਪਲ ਵਲ ਅਵਤਰੈ। ਸੁਰਤ ਰਹਿ ਗਈ। ਪਰ ਕਹਿੰਦੇ ਨੇ ਚੱਲ ਬਿਨਾਂ ਸਰੀਰ ਤੋਂ ਕੱਲੀ ਆਤਮਾ ਨੂੰ ਕਹਿੰਦੇ ਤੂੰ ਥੋੜਾ ਚਿਰ ਹੋਰ ਇਹਦੇ ਵਿੱਚ ਰਹਿ ਲੈ। ਉਹ ਅਫਸੋਸ ਹੈ, ਕੋਈ ਗੱਲ ਨਹੀਂ। तो कहते जैसे मद माखी सींच सींच कर एकत्र करे, हरे मद आए ताकि मुख सरकार के। वो इकट्ठा कर दिया ने, तुहाडे साडे वर्गे तकदे रहिंदे, वो वड्डे सारी चादर दा झुंबड़ मार के एक अग दा पलीता लैके थल्ले कर दिंदे ने। वो कुछ सड़ जांदियां, कुछ भज जांदियां, सारा शहद बाल्टी विच चो के घर ले जांदा, ओनू पुण बण के बोतलां बातलां विच पा के परछत्ती ते टिका दिंदा और मक्खियां मिलदियां रहिंदियां। ये मक्खियां नूं उपदेश नहीं दिता जा रहा, सानू दिता जा रहा। मधु दियां मक्खियां वर्गी साडी आइडियोलॉजी बन गई है। हरे मद आए ताके मुख छार डार के, जैसे बच हेत गऊ संचत है चीर, ताहे लेत है अहीर तू है बचरा बता। सारा दिन गां चरदी है, भज भज के घाह खांदी है, एक दूजे नूं ढुੱਡ मार के अगे हुंदी है, मैं ज्यादा खाला, ज्यादा दुध बनेगा, मेरा बच्चा पिएगा। और इन्हां दी एक होर बडंबना हुंदी है, पशुआं दी पईआं खाना पैंदा, फिर इनू पचाउण वास्ते दोबारा भोजन देना, वो पेट चों मूंह च आउंदा, फिर जगाली करते हैं और फिर वो पचदा, अदरवाइज नहीं पचदा। साडे ते तो उसदी किरपा है भी असीं मिनट 5 ही लाने हैं ते फिनिश। एडा सोहना शरीर दिता, एडी सोहनी बॉडी दिती, इस वास्ते ते बाणी कर कहंदे ने क्यों नहीं शुकराना करदा? तेरे कोल कुछ नहीं, मनुखा शरीर है तां भी शुकराना करन लई काफी है। मनुखा शरीर ते है ना, एडी जून ते नहीं, पर मनुखी फितरत जो मिल जाता है ਉਹਦਾ एहसास सानू हट जाता है। ਜਿਹੜੀ चीज नहीं मिलती ਉਹਦੇ वास्ते ਅਸੀਂ अपनी एनर्जी सारी। जैसे बच लेत गऊ संचत है क्षीर, क्षीर मैंने दुध, दूध लेत है वो बच्चे ਨੂੰ ਛੱਡਦਾ ਹੈ। ਜਦੋਂ ਪਸਮ ਪੈਂਦੀ ਹੈ ਨਾ ਗਾਂ, ਥਣਾ ਵਿੱਚ ਦੁੱਧ ਆ ਜਾਂਦਾ ਹੈ, ਥਣ ਪਸਮ ਪੈਂਦੇ ਨੇ, ਉਹ ਬੱਚੇ ਨੂੰ ਦੁੱਧ ਪਿਆਉਣ ਲਈ ਨਹੀਂ ਛੱਡਦਾ, ਉਹਦੇ ਤਾਂ ਛੱਡਦਾ ਹੈ ਵੀ ਸਾਰਾ ਦੁੱਧ ਹਵਾਨੇ ਵਿੱਚੋਂ ਥਣਾ ਵਿੱਚ ਆ ਜਾਏ। ਫਿਰ ਉਹ ਘੁੱਟ ਕੇ ਉਹਨੂੰ ਲਿਜਾ ਕੇ ਕਿੱਲੇ ਨਾਲ ਬੰਨ੍ਹਦੇ, ਸਾਰਾ ਦੁੱਧ ਕੰਮ ਕਰਕੇ ਚੋ ਕੇ ਲੈ ਜਾਂਦਾ ਬੱਚਿਆਂ ਵਾਸਤੇ, ਆਪਣੇ ਵਾਸਤੇ। ਗਾਂ ਵੀ ਲੈਂਦੀ ਰਹਿੰਦੀ,
ਬੱਚਾ ਵੀ ਬੇਟਾ। ਇਹ ਗਾਂ ਨੂੰ ਉਪਦੇਸ਼ ਨਹੀਂ, ਇਹ ਸਾਡਾ ਹਾਲ ਹੈ। ਜੈਸੇ ਧਰ ਖੋਦ ਖੋਦ ਕਰ ਬਿਲ ਸਾਜੈ ਮੂਸਾ, ਮਿੱਟੀ ਪੁੱਟ ਪੁੱਟ ਕੇ ਫੁੱਟ ਫੁੱਟ ਕੇ ਬੜੀ ਦੂਰ ਤੱਕ ਖੁੱਡਾ ਪੁੱਟਦੇ ਨੇ। ਇੱਥੇ ਪਾਣੀ ਲੱਗਾ ਨਾ ਇੱਕ ਕਿਆਰੇ ਨੂੰ, ਕਿੱਲਾ 1.5 ਕਿੱਲਾ ਦੂਰ ਜਾ ਕੇ ਪਾਣੀ, ਇੰਨੀ ਦੂਰ ਪਾਣੀ ਕਿਵੇਂ ਨਿਕਲ ਗਿਆ? ਖੋਜ ਕੀਤਿਆਂ ਪਤਾ ਲੱਗਾ ਵੀ ਚੂਹੇ ਦੀ ਖੁੱਡ ਹੈ ਬੜੀ ਲੰਬੀ, ਉਹਦੇ ਵਿੱਚ ਗੰਨੇ ਦੀਆਂ ਗਨੇਰੀਆਂ, ਮੱਕੀ ਦੀਆਂ ਛੱਲੀਆਂ, ਕਣਕ ਦੇ ਸਿੱਟੇ, ਮੁੰਜਰਾ, ਬੜਾ ਕੁਝ ਸਟੋਰ ਕੀਤਾ ਹੈ ਵੀ ਪਤਾ ਨਹੀਂ ਕਦੋਂ ਕਾਲ ਪੈ ਜਾਏ ਮੈਂ ਇਹਦੇ ਵਿੱਚ ਜਮਾ ਕਰ ਲਾਂ ਸਾਰਾ ਕੁਝ, ਫਿਰ ਆਰਾਮ ਨਾਲ ਬਹਿ ਕੇ ਖਾਵਾਂ ਕਰਾਂਗਾ। ਇੱਕ ਦਿਨ ਸੱਪ ਆਇਆ ਕਲੋਲਾ ਕਰਦਾ, ਸੱਪ ਆਪ ਨਹੀਂ ਫੁੱਟ। 1000 ਕਿਸਮਾਂ ਵਿੱਚੋਂ 3 ਕਿਸਮਾਂ ਨੇ ਸੱਪਾਂ ਦੀਆਂ ਜਿਹੜੇ ਆਪਣੀ ਖੁੱਡ ਥੋੜੀ ਜਿਹੀ ਆਪ ਬਣਾਉਂਦੇ ਨੇ, 997 ਆਪਣੀ ਖੁੱਡ ਆਪ ਨਹੀਂ ਬਣਾ ਸਕਦੇ, ਬੜੀ ਬਣਾਈ ਤੇ ਕਬਜ਼ਾ ਕਰਦੇ। ਉਹ ਵਿੱਚ ਵੜਿਆ, ਉਹਨੇ ਕਿਹਾ ਹਾਂ ਇਹ ਤੇ ਮੇਰੇ ਸਾਈਜ਼ ਦੀ ਹੈ। ਅੱਗੇ ਗਿਆ, ਕਹਿਣ ਲੱਗਾ ਕਿ ਬਹੁਤ ਜ਼ਿਆਦਾ ਲੰਬੀ ਹੈ। ਅੱਗੇ ਚੂਹਾ ਬੱਚਿਆਂ ਸਮੇਤ ਬੈਠਾ ਸੀ। ਸੱਪ ਤੇ ਨੌਨ ਵੈਜ ਹੈ, ਉਹ ਗੋਭੀ ਥੋੜਾ ਖਾਂਦਾ, ਕੀੜੇ ਮਕੌੜੇ ਖਾਂਦਾ। ਉਹ ਕਹਿਣ ਲੱਗਾ ਘਰ ਤੇ ਮਿਲਿਆ ਹੀ ਇਹ ਭੋਜਨ ਵੀ ਮਿਲ ਗਿਆ, ਚੂਹੇ ਨੂੰ ਸਮੇਤ ਬੱਚਿਆਂ ਨੇ ਮਾਰ ਕੇ ਖਾ। ਇਹ ਚੂਹੇ ਦੀ ਕਹਾਣੀ ਨਹੀਂ, ਇਹ ਸਾਡੀ ਕਹਾਣੀ ਹੈ। ਜੈਸੇ ਧਰ ਧਰਤੀ ਖੋਦ ਖੋਦ ਕਰ ਪੁੱਟ ਪੁੱਟ ਕੇ, ਬਿਲ ਸਾਜੈ ਮੂਸਾ, ਖੁੱਡ ਪੁੱਟਦਾ ਚੂਹਾ। ਪੈਸਤ ਸਰਪ, ਸੱਪ ਉਹਦੇ ਚ ਵੜ ਜਾਂਦਾ, ਧਾਏ ਦੌੜ ਕੇ, ਖਾਏ ਤਾਹੇ ਮਾਰ ਕੇ, ਉਹਨੂੰ ਮਾਰ ਕੇ ਖਾ ਜਾਂਦਾ। ਤੈਸੇ ਅੰਤਕਾਲ ਮਾਇਆ ਜੋੜ ਜੋੜ ਮੂੜ, ਅੰਤਕਾਲ ਤਿਆਗ ਚਲੇ ਦੋਨੋਂ ਕਰ ਝਾੜ ਕੇ। ਦੁਖੀ ਹੋ ਕੇ, ਦੂਜਿਆਂ ਨੂੰ ਦੁਖੀ ਕਰ ਕਰਕੇ, ਲੜ ਲੜ ਕੇ, ਭਿੜ ਭਿੜ ਕੇ, ਜੋੜ ਜੋੜ ਕੇ, ਮੂਰਖਾ ਅੰਤ ਵੇਲੇ ਦੋਵੇਂ ਹੱਥ ਝਾੜ ਕੇ ਚਲਾ ਜਾਂਦਾ, ਸਾਰੀ ਅੱਗੇ ਚੱਲ। ਇਸ ਵਾਸਤੇ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ, ਜਸ ਦੇਖੀਏ ਤਰਵਰ ਕੀ ਛਾਇਆ, ਪ੍ਰਾਣ ਗਏ कहो का की माया, दमड़ा किसी का जो खर्चे और खाए। अदरवाइज ਅਸੀਂ ਬਾਚਮੈਨ ਆਏ ਦੇ, ਕੋਠੀਆਂ ਦੇ, ਜ਼ਮੀਨਾਂ ਦੇ, ਕਾਰਾਂ ਦੇ, ਬੈਂਕ ਬੈਲੈਂਸ ਦੇ, ਔਰ ਬੈਂਕ ਵਿੱਚ ਜਿਹੜੀ ਸੇਫ ਲਈ ਹੈ ਰੈਂਟ ਦੇ ਤੇ ਉਹਦੇ ਅਸੀਂ ਬਾਚਮੈਨ ਖੋਲ ਕੇ ਦੇਖਣਾ ਕਿ ਇਹਦੇ ਵਿੱਚ ਕਿੰਨੇ ਕੁ ਪਏ। ਅਸਲ ਮਾਲਕ ਇਹਨਾਂ ਦਾ ਉਹ ਜਿਹੜਾ ਇਹਨਾਂ ਨੂੰ ਇੰਜੋਏ ਕਰਦਾ, ਆਨੰਦ ਲੈਂਦਾ। ਇਹਦੇ ਨਾਲ ਲੰਗਰ ਲੱਗਦਾ, ਇਹਦੇ ਨਾਲ ਸ੍ਰੀ ਅਖੰਡ ਪਾਠ ਸਾਹਿਬ ਕਰਵਾ ਦਿੰਦਾ, ਇਹਦੇ ਨਾਲ ਕੀਰਤਨ ਦਰਬਾਰ ਕਰਾ ਦਿੰਦਾ, ਇਹਦੇ ਨਾਲ ਧਾਰਮਿਕ ਪੱਖੋਂ ਕੋਈ ਖਰਚ ਕਰ ਦਿੰਦਾ, ਗੁਰਮਤਿ ਦੀਆਂ ਕਲਾਸਾਂ ਲਾ ਦਿੰਦਾ, ਬੱਚੇ ਬੱਚੀਆਂ ਨੂੰ ਗੱਤਕਾ ਸਿਖਾਉਣ ਦੇ ਵਿੱਚ ਯੋਗਦਾਨ ਪਾ ਦਿੰਦਾ, ਕਿਤੇ ਕੀਰਤਨ ਕਥਾ ਦਰਬਾਰ ਕਰਾ ਦਿੰਦਾ, ਕਿਤੇ ਗੁਰਮਤਿ ਦੀਆਂ ਕਲਾਸਾਂ ਲਵਾ ਦਿੰਦਾ, ਸੰਥਿਆ ਕਰਵਾ ਦਿੰਦਾ, ਉਹਦਾ ਸਫਲ ਹੈ। ਦੂਜਾ ਤੇ ਬਾਅਦ ਮੈਂ ਕੱਚੀ ਕਰ ਕਰਕੇ ਦੂਜੇ ਨੂੰ ਦੇ ਜਾਣੇ। तो संतुलन सानू दस्या गुरमत ने भी इस तरह का सिस्टम बनाओ भी ये थोड़े भी ना इदा ना करना पै किसी, और बहुत ज्यादा जुड़े ना, जिथे जुड़ती उत्थे भी पौड़े पाते, उत्थे भी कलेश करा दे पैंदे, वंडन नूं लैके कलेश पै जांदे। जस देखिए तरवर की छाया, प्राण गए कौका की माया, जस जंती में जियो समाना, मुए मर्म को का कर जाना। हारमोनीयम वज रहे सर, बड़ी आवाज आ रही थी, हुण कहे ने कोई आवाज नहीं, वो हारमोनीयम की आवाज कित्थे गई है जी, कोई नहीं दस सकता। इसे तरह मरण तो बाद जिंद कित्थे जांदी है, कोई नहीं दस सकता। एक दब्बे, एक दजी है, एक ना कुत्ते खाए, एक पानी विच घुसटी है, एक पी फिर हसन पाहे। हसन टावर नूं कहंदे ने, नानक एव ना जापी कित्थे जाए समा। मरण तो बाद कोई दफना देता है, कोई फूक देता है, कोई पानी प्रवाह कर देता है, कोई पारसी लोग टावर ते रख देते हैं, पर आत्मा कित्थे गई इहनूं कोई एक्सप्लेन नहीं कर सकता। ऐसा गुरबाणी का करना है, जे कोई करता है तो गप मारदा, नहीं दस सकता कित्थे। एक दब्बा है, एक दजी है, एक ना कुत्ते खाए, एक पानी विच उसटी है, एक पी फिर हसन टावर पाए, नानक एव ना जापी कित्थे जाए समा।
ਜਸ ਜੰਤੀ ਮੈਂ ਜੀਓ ਸਮਾਨਾ, ਮੂਏ ਮਰਮ ਕੋ ਕਾ ਕਰ ਜਾਣਾ। ਜਿਸ ਤਰ੍ਹਾਂ ਜੰਤਰ ਵੱਜਣ ਵਾਲਾ ਸਾਜ਼, ਉਹਦੀ ਆਵਾਜ਼ ਕਿੱਥੇ ਗਈ ਏ ਜਦੋਂ ਬੰਦ ਕਰ ਦਿੱਤਾ ਕੋਈ ਪਤਾ ਨਹੀਂ, ਇਸ ਤਰ੍ਹਾਂ ਜਿੰਦ ਕਿੱਥੇ ਚਲੀ ਗਈ ਏ ਕੋਈ ਪਤਾ ਨਹੀਂ। ਮੂਏ ਮਰਮ ਕੋ ਕਾ ਕਰ ਜਾਣਾ, ਹੰਸਾਂ ਸਰਵਰ ਕਾਲ ਸਰੀਰ। ਜਿਵੇਂ ਸਰੋਵਰਾਂ ਦੇ ਨੇੜੇ ਹੰਸ ਰਹਿੰਦੇ ਨੇ, ਹੰਸ ਸਰੋਵਰਾਂ ਦੇ ਨੇੜੇ ਨੇੜੇ ਰਹਿੰਦੇ ਨੇ, ਇਸ ਤਰ੍ਹਾਂ ਮੌਤ ਸਰੀਰਾਂ ਦੇ ਨੇੜੇ ਨੇੜੇ ਰਹਿੰਦੀ ਏ। ਅਸੀਂ ਮੌਤ ਨੂੰ ਬੇਸ਼ੱਕ ਭੁਲਾ ਦਈਏ, ਮੌਤ ਸਾਨੂੰ ਕੋਈ ਨਹੀਂ ਭੁਲਾਉਂਦੀ। ਇਸ ਲਈ ਭਾਈ ਮੌਤ ਨੂੰ ਚੇਤਾ ਰੱਖ। ਮੈਂ ਡਰਾਂਦਾ ਨਹੀਂ ਸਾਸਣ, ਪਰ ਜਿਨ੍ਹਾਂ ਨੂੰ ਮੌਤ ਚੇਤਾ ਆਵੇ ਉਹਨਾਂ ਨੂੰ ਰੱਬ ਵੀ ਚੇਤਾ ਆਉਂਦਾ। ਜਿਨ੍ਹਾਂ ਨੂੰ ਮੌਤ ਭੁੱਲ ਜਾਏ ਉਹਨਾਂ ਨੂੰ ਰੱਬ ਵੀ ਭੁੱਲ ਜਾਏ। ਗੁਰਬਾਣੀ ਵਿੱਚ ਕਈ ਹਜ਼ਾਰਾਂ ਸ਼ਬਦ ਨੇ ਜਿਹੜੇ ਮੌਤ ਨੂੰ ਚੇਤਾ ਕਰਾਉਂਦੇ ਨੇ, ਡਰਾਉਣ ਵਾਸਤੇ ਥੋੜਾ, ਜਗਾਉਣ ਵਾਸਤੇ। ਇਹ ਜਾਗਦਾ ਬਿੱਲੀ ਨੂੰ ਵੇਖ ਕੇ ਕਬੂਤਰ ਅੱਖਾਂ ਮੀਟ ਲੈ ਤੇ ਬਿੱਲੀ ਵਾਪਸ ਥੋੜਾ ਮੁੜ ਜਾਂਦੀ, ਉਹਦਾ ਕੰਮ ਤੇ ਹੋਰ ਵੀ ਆਸਾਨ ਹੋ ਜਾਂਦਾ। ਭਾਈ ਇਹ ਤੇ ਭਾਣਾ ਵਰਤਣਾ ਹੀ ਵਰਤਣਾ। ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਦਾ। ਹੰਸਾ ਸਰਵਰ ਕਾਲ ਸਰੀਰ। ਜਿਵੇਂ ਮਾਨ ਸਰੋਵਰਾਂ ਤੇ ਹੰਸ ਰਹਿੰਦੇ ਨੇ, ਨੇੜੇ ਨੇੜੇ ਰਹਿੰਦੇ ਨੇ, ਦੂਰ ਨਹੀਂ ਜਾਂਦੇ, ਠੀਕ ਇਸੇ ਤਰ੍ਹਾਂ ਮੌਤ ਸਾਡੇ ਸਰੀਰਾਂ ਤੋਂ ਦੂਰ ਨਹੀਂ ਜਾਂਦੀ। ਮਮ ਸਰ ਮੂਏ ਅਜ਼ਰਾਈਲ ਗ੍ਰਿਫਤੈ ਦਿਲ ਹੇਚ ਨਾਦਾਨੀ। ਮੁੱਲਾ ਨੂੰ ਮਹਿਤਾ ਕਲਿਆਣ ਦਾਸ ਜੀ ਘਰ ਲਿਆਏ, ਬੋਲਦੇ ਨਹੀਂ, ਖਾਂਦੇ ਪੀਂਦੇ ਕੁਝ ਨਹੀਂ। ਕਈ ਲੋਕ ਸਾਨੂੰ ਕਹਿੰਦੇ ਨੇ ਵੀ ਤੁਹਾਡੇ ਬੱਚੇ ਨੂੰ ਬਾਹਰ ਦੀ ਸ਼ਹਿਦ ਹੋ ਗਈ ਤੇ ਤੁਸੀਂ ਸਿਆਣੇ ਹੋ, ਵੇਖੋ ਇਹਨੂੰ ਕੀ ਹੈ। ਉਹ ਫਿਰ ਗੁਰੂ ਨਾਨਕ ਨਾਲ ਸੰਵਾਦ ਕਰਦਾ, ਨਾਨਕ ਜੀ ਕਿਉਂ ਨਹੀਂ ਕੁਝ ਖਾਂਦੇ ਪੀਂਦੇ, ਹੱਸਦੇ ਖੇਡਦੇ ਕਿਉਂ ਨਹੀਂ, ਬੋਲਦੇ ਕਿਉਂ ਨਹੀਂ। ਜਾਂ ਘਰ ਚ ਗੁਫ਼ਤਗੂ ਤੋਂ ਸ਼ੁਰੂ ਹੁੰਦਾ ਹੈ ਸ਼ਬਦ। ਤੇ ਮਹਾਰਾਜ ਕਹਿੰਦੇ ਨੇ ਮੁੱਲਾ ਮਮ ਸਰ ਮੂਏ, ਮਮ ਸਰ ਮੇਰੇ ਸਰ ਦੇ ਉੱਤੇ ਮੂਏ, ਮੂਏ ਕਹਿੰਦੇ ਨੇ ਉਹ ਕੇਸਾਂ ਨੂੰ ਫਾਰਸੀ। ਮੇਰੇ ਸਿਰ ਦੇ ਜਿਹੜੇ ਕੇਸ ਨੇ, ਵਾਲ ਨੇ, ਅਜ਼ਰਾਈਲ ਗ੍ਰਿਫਤੈ, ਮੌਤ ਦੇ ਅਜ਼ਰਾਈਲ ਫਰਿਸ਼ਤੇ ਨੇ ਘੁੱਟ ਕੇ ਪਕੜੇ ਹੋਏ ਨੇ, ਪਤਾ ਨਹੀਂ ਕਿੰਨੇ ਪਟਕਾ ਕੇ ਮਾਰੇ। ਮੈਂ ਉਦਾਸ ਨਹੀਂ, ਮੈਂ ਅਵੇਰ। ਮੈਂ ਜ਼ਿਆਦਾ ਹੱਸਣ ਖੇਡਣ ਖਾਣ ਪੀਣ ਚ ਵਕਤ ਜ਼ਾਇਆ ਨਹੀਂ ਕਰਦਾ। ਮੈਂ ਅਕਾਲ ਵਿੱਚ ਸੁਰਤ ਜੋੜੀ, ਕਿਉਂਕਿ ਮੈਨੂੰ ਮੌਤ ਚੇਤਾ ਹੈ। ਦਿਲ ਹੇਠ ਨਾਦਾਨੀ, ਐ ਨਾਦਾਨ ਦਿਲ, ਇਸ ਗੱਲ ਨੂੰ ਸਮਝ ਵੀ ਮੌਤ ਤੇ ਤੋਂ ਦੂਰ ਨਹੀਂ, ਬਲਕਿ ਮੌਤ ਦੇ ਫਰਿਸ਼ਤੇ ਨੇ ਤੇਰੇ ਕੇਸਾਂ ਨੂੰ ਘੁੱਟ ਕੇ ਪਕੜਿਆ ਹੋਇਆ। ਹਜ਼ੂਰ ਕਹਿੰਦੇ ਨੇ ਹੰਸਾ ਸਰਵਰ ਕਾਲ ਸਰੀਰ। ਭਾਈ ਮੌਤ ਬਹੁਤ ਨੇੜੇ ਹੈ, ਮੈਂ ਫਿਰ ਕੀ ਕਰਾਂ। ਕਹਿਣ ਲੱਗੇ ਰਾਮ ਰਸਾਇਣ ਪੀਓ ਰੇ ਕਬੀਰ। ਰਸਾਇਣ ਸ਼ਬਦ ਹੈ, ਇਹ ਦੋ ਸ਼ਬਦਾਂ ਨੂੰ ਸਮਝੀਏ, ਰਸ ਪਲਸ ਆਇਨ। ਆਇਨ ਕਹਿੰਦੇ ਨੇ ਘਰ ਨੂੰ, ਰਸ ਤੋਂ ਭਾਵ ਰਸ ਹੈ, ਰਸਾਂ ਦਾ ਘਰ। ਸਾਰਿਆਂ ਰਸਾਂ ਦਾ ਘਰ ਕੌਣ ਹੈ? ਸਾਧ ਸੰਗਤ, ਪਰਮਾਤਮਾ। ਜਿਹੜਾ ਸਾਰਿਆਂ ਰਸਾਂ ਦਾ ਘਰ ਹੈ ਨਾ ਪਰਮਾਤਮਾ, ਉਸ ਪਰਮਾਤਮਾ ਦੇ ਨਾਲ ਜੁੜੋ। ਉਹ ਰਸ ਪੀ, ਔਰ ਉਹ ਰਸ ਪੀਣ ਦੀ ਇੱਕ ਰਿਕੁਆਇਰਮੈਂਟ ਹੈ, ਇੱਕ ਕੰਡੀਸ਼ਨ ਹੈ ਕਿ ਇਹ ਰਸ ਛਾਡੇ, ਉਹ ਰਸ ਆਵਾ। ਉਹ ਰਸ ਪੀਆ, ਇਹ ਰਸ ਨਹੀਂ ਪਾਉਣਾ। ਜਿਹੜੇ ਦੁਨਿਆਵੀ ਚਸਕੇ ਨੇ ਨਾ, ਰਸ ਸੋਝਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮੀਠਾ, ਰਸ ਮਾਸ, ਇਹ 9 ਬਣ ਜਾਂਦੇ। ਮੈਂ ਫਿਰ ਰਿਵਾਈਜ਼ ਕਰਦੇ। ਰਸ ਸੋਨਾ, ਸੋਨਾ ਪਾਣਾ ਵੀ ਇੱਕ ਰਸ। ਜਦੋਂ ਕੰਨ ਜਾਂ ਨੱਕ ਵਿੰਨਿਆ ਜਾਂਦਾ ਹੈ,
ਦਰਦ ਤੇ ਹੁੰਦਾ ਹੈ, ਪਰ ਸੋਨਾ ਪਾਣ ਦੇ ਰਸ ਕਰਕੇ ਉਹ ਦਰਦ ਸਾਡੀਆਂ ਬੇਟੀਆਂ ਭੈਣਾਂ ਬਰਦਾਸ਼ਤ ਕਰਦੀਆਂ। ਰਸ ਹੈ। ਰੂਪਾ ਮਾਇਨੇ ਚਾਂਦੀ, ਰਸ ਸੋਨਾ, ਰਸ ਰੂਪਾ ਕਾਮਣ, ਪਰਾਈ ਇਸਤਰੀ ਪਰਾਇਆ ਮਰਦ, ਰਸ ਪਰਮਲ ਪਰਫਿਊਮ, ਰਸ ਘੋੜੇ। ਅੱਜ ਕੱਲ੍ਹ ਤੁਸੀਂ ਮੋਟਰਾਂ ਕਰਦੇ ਹੋ, ਤੁਸੀਂ ਵੇਖਿਆ ਨਾ ਟੀਨੇਜਰ ਬੱਚਿਆਂ ਨੂੰ ਕਿੰਨੀਆਂ ਲਿਮਕੜੀਆਂ ਲੈਂਦੇ ਬਈ ਆ ਡੈਡੀ ਹੈ ਅੰਕਲ 10 ਮਿੰਟ ਦਿਓ, ਮੈਂ ਬਸ ਥੋੜਾ ਜਿਹਾ ਇੱਥੋਂ ਭਜਾ ਕੇ। ਇਹ ਵੀ ਇੱਕ ਰਸ ਹੈ, ਬੜੀ ਵਧੀਆ ਜੀ। ਨਵੇਂ ਮਾਡਲ ਦੀ ਕੋਈ ਮੋਟਰ ਤੁਸੀਂ ਲਿਆਂਦੀ ਹੈ, ਬੱਚਿਆਂ ਨੂੰ ਕਿੰਨਾ ਰਸ ਹੁੰਦਾ, ਥੋੜੀ ਜਿਹੀ ਭਜਾ ਕੇ ਮੈਂ ਇੱਧਰੋਂ 2 ਕਿਲੋਮੀਟਰ ਦੀ ਗੇੜੀ ਕੱਢ ਕੇ ਲਿਆਉਣਾ। ਇਹ ਵੀ ਇੱਕ ਰਸ ਹੈ। ਰਸ ਸੋਨਾ, ਰਸ ਰੂਪਾ ਕਾਮਨ, ਰਸ ਪਰਮਲ ਕੀ ਬਾਸ, ਰਸ ਘੋੜੇ, ਰਸ ਸੇਜਾ, ਭਾਵ ਸਪਸ਼ਟ ਹੈ, ਮੰਦਰ, ਰਸ ਮਿੱਠਾ, ਰਸ ਵਾਸ। ਹੁਣ ਸ਼ੂਗਰ ਹੋ ਗਈ ਹੈ, ਡਾਕਟਰ ਨੇ ਮਿੱਠਾ ਖਾਣ ਤੋਂ ਮਨਾ ਕਰ, ਫਿਰ ਵੀ ਦਿਲ ਕਰਦਾ ਹੈ। ਰਸ ਇਹਦੇ ਰਸ ਸ਼ਰੀਰ ਕੇ ਇੰਨੇ ਰਸ ਅੰਦਰ ਡੇਰਾ ਲਾ ਕੇ ਬੈਠੇ ਨੇ, ਕਹਿ ਘੱਟ ਨਾਮ ਨਿਵਾਸ, ਨਾਮ ਕਿੱਥੇ ਚੌਂਕੜਾ ਪਾਏ। ਇਹ ਰਸ ਛਾਡੇ, ਉਹ ਰਸ ਆਵਾ, ਉਹ ਰਸ ਪੀਆ, ਇਹ ਰਸ ਨਹੀਂ। ਹੰਸਾ ਸਰਵਰ ਕਾਲ ਸਰੀਰ, ਰਾਮ ਰਸਾਇਣ ਪੀਓ ਰੇ ਕਬੀਰ। ਇਹ ਭਾਈ ਜੀਵਨ ਸਫਲ ਕਰਨ ਦਾ, ਆਵਾਗਾਉਣ ਦੇ ਚੱਕਰ ਤੋਂ ਬਚਣ ਦਾ ਤਰੀਕਾ ਪ੍ਰਮਾਤਮਾ ਦਾ ਸਿਮਰਨ ਹੈ। ਇਸ ਵਾਸਤੇ ਭਾਈ ਤੂੰ ਪ੍ਰਮਾਤਮਾ ਦਾ ਸਿਮਰਨ ਕਰਿਆ। ਸਾਧ ਸੰਗਤ ਹਾਰਦਿਕ ਧੰਨਵਾਦ, ਆਪ ਜੀ ਨੇ ਬੜੀ ਇਕਾਗਰਤਾ ਬਖਸ਼ਿਸ਼ ਕਰਕੇ ਗੁਰਮਤਿ ਵਿਚਾਰਾਂ ਵਿੱਚ ਸਹਿਯੋਗ ਬਖਸ਼ਿਸ਼ ਕੀਤਾ ਹੈ। ਬਹੁਤ ਬਹੁਤ ਧੰਨਵਾਦ। ਗੁਰਮਤਿ ਵਿਚਾਰਾਂ ਲਈ ਨਿਸ਼ਚਿਤ ਕੀਤਾ ਹੋਇਆ ਸਮਾਂ ਸਮਾਪਤ ਹੈ, ਲਿਹਾਜ਼ਾ ਗੁਰਮਤਿ ਵਿਚਾਰਾਂ ਨੂੰ ਮੈਂ ਇੱਥੇ ਹੀ ਆਪ ਜੀ ਤੋਂ ਵਿਰਾਮ ਦੇਣ ਦੀ ਆਗਿਆ ਲੈਂਦਾ ਹਾਂ। ਸੋ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਵਾਸਤੇ ਦਾਸ ਖਿਮਾ ਦਾ ਵੀ ਜਾਚਕ ਹੈ। ਤੋ ਸਾਧ ਸੰਗਤ ਇਸੇ ਪ੍ਰਕਾਰ ਸ਼ਾਮ ਦੇ ਜਵਾਨਾਂ ਵਿੱਚ 5:30 ਤੋਂ 6:30 ਵਜੇ ਤੱਕ ਦਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗ੍ਰੰਥ ਕਥਾ ਇਸੇ ਦਾ ਵਾਸਤੇ ਹਾਜ਼ਰ ਹੋਣਾ ਹੈ। ਜਿਨ੍ਹਾਂ ਕੋਲ ਸਮਾਂ ਹੋਵੇ, ਵਕਤ ਹੋਵੇ, ਉਹ ਜ਼ਰੂਰ ਕਿਰਪਾ ਕਰਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਿਆ ਕਰੋਗੇ।